गुरबाणी बिख सकल पदार्थ है। जोई जोई खोजै सोई सोई निप जावहि। बाणी गुरु गुरु है बाणी, विच बाणी अमृत सारे। गुरबाणी कह सेवक जन मानै, परताक गुरु निच निस्तारे। वाहिगुरु साहिब जियो मन का जियो पवन कथियले। पवन कहाँ रस खाए, ज्ञान की मुंदरा कवन औदो। सिद्ध की कवन कमाए, बिन शब्द रस न आवे औदो। हूँ मैं प्यास न जाए, शब्द रते अमृत रस पाया। साचे रहे अकाए, कवन बोध जित अस्थिर रहिया। कित भोजन तृपतास, नानक दुख सुख सम कर जप। सतगुर ते काल ना ग्रास, रंग ना राता रस नहीं माता। बिन गुर शब्द जल बल ताता। बिंद न राखिया शब्द न भाखिया। पवन न साधिया सच न आराध्या। अकथ कथा ले सम कर रहा, तो नानक आत्म राम को लह। गुर प्रसादी रंगे राता, अमृत पिया साचे माता। गुर विचारी अगन निवारी, अपयो पियो आत्म सुख तारे। सच आराध्या गुरमुख तर तारे। नानक बोझ को विचारे। ए मन मैगल कहाँ बसियले, कहाँ बस यह पवना। कहाँ बस सो शब्द औदो, ताको चूक मन का पवना। नदर करे ता सतगुर मेले,
ਤਾਂ ਨਿਜ ਘਰ ਵਾਸਾ ਇਹ ਮਨ ਪਾਏ। ਆਪੈ ਆਪ ਖਾਏ ਤਾਂ ਨਿਰਮਲ ਹੋਵੇ, ਤਾਵਤ ਵਰਜ ਰਹਾਏ। ਕਿਉ ਮੂਲ ਪਛਾਣੈ ਆਤਮ ਜਾਣੈ, ਕਿਉ ਸਸ ਘਰ ਸੂਰ ਸਮਾਵੈ। ਗੁਰਮੁਖ ਹਉਮੈ ਵਿਚੋਂ ਖੋਵੈ, ਤਉ ਨਾਨਕ ਸਹਜ ਸਮਾਵੈ। ਏ ਮਨ ਨਿਹਚਲ ਹਿਰਦੈ ਵਸੀਅਲੇ, ਗੁਰਮੁਖ ਮੂਲ ਪਛਾਣ ਰਹੈ। ਨਾਭ ਪਵਨ ਘਰ ਆਸਣ ਬੈਸੈ, ਗੁਰਮੁਖ ਖੋਜਤ ਤਤ ਲਹੈ। ਸੋ ਸ਼ਬਦ ਨਿਰੰਤਰ ਨਿਜ ਘਰ ਆਛੈ, ਤਿਰ ਪਵਨ ਜੋਤ ਸੋ ਸ਼ਬਦ ਲਹੈ। ਖਾਵੈ ਦੁਖ ਭੂਖ ਸਾਚੇ ਕੀ, ਸਾਚੇ ਹੀ ਤ੍ਰਿਪਤਾਸ ਰਹੈ। ਅਨਹਦ ਬਾਣੀ ਗੁਰਮੁਖ ਜਾਣੀ, ਬਿਰਲੋ ਕੋ ਅਰਥਾਵੈ। ਨਾਨਕ ਆਖੈ ਸਚ ਸੁਭਾਖੈ, ਸਚ ਰਪੈ ਰੰਗ ਕਬਹੂ ਨਾ ਜਾਵੈ। ਅਨਹਦ ਬਾਣੀ ਗੁਰਮੁਖ ਜਾਣੀ, ਬਿਰਲੋ ਕੋ ਅਰਥਾਵੈ। ਨਾਨਕ ਆਖੈ ਸਚ ਸੁਭਾਖੈ, ਸਚ ਰਪੈ ਰੰਗ ਕਬਹੂ ਨਾ ਜਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਆਪ ਜੀਆਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਸਿੱਧ ਗੋਸ਼ਟ ਬਾਣੀ ਵਿੱਚੋਂ 61 ਤੋਂ ਲੈ ਕੇ 65 ਤੱਕ ਬੰਦ ਸਰਵਣ ਕੀਤੇ ਹਨ। ਇਹਨਾਂ ਪਾਵਨ ਬਚਨਾਂ ਦੀ ਵਿਚਾਰ ਦੀ ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਗਿਆਨੀ ਬਲਦੇਵ ਸਿੰਘ ਜੀ, ਹੈਡ ਗ੍ਰੰਥੀ ਗੁਰਦੁਆਰਾ ਨਾਨਕ ਪਿਓ ਸਾਹਿਬ। ਆਓ ਉਹਨਾਂ ਪਾਸੋਂ ਬੜੇ ਪਿਆਰ ਨਾਲ ਸਾਹਿਬਾਂ ਦੀ ਬਾਣੀ ਦੀ ਵਿਚਾਰ ਸਰਵਣ ਕਰੀਏ। ਅੱਜ ਜੋਗੋ ਜੋਗਾ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਗੁਰਤਾ ਗੱਦੀ ਪੁਰਬ ਹੈ। ਕੱਲ੍ਹ 30 ਤਰੀਕ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਭਾਈ ਲੱਖੀ ਸਾਹਿਬ ਨਜ਼ਾਰਾ ਹਾਲ ਵਿੱਚ 550 ਸਹਿਜ ਪਾਠਾਂ ਦੀ ਸੰਪੂਰਨਤਾ ਹੋਣੀ ਹੈ। ਸਮਾਂ ਸਵੇਰੇ 9:30 ਵਜੇ ਦਾ ਹੈ। ਨਗਰ ਕੀਰਤਨ 11 ਨਵੰਬਰ ਨੂੰ ਗੁਰਦੁਆਰਾ ਨਾਨਕ ਪਿਓ ਸਾਹਿਬ ਤੋਂ, ਗੁਰਦੁਆਰਾ ਸੀਸਗੰਜ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਨਾਨਕ ਪਿਓ ਸਾਹਿਬ ਪਹੁੰਚੇਗਾ ਅਤੇ ਪ੍ਰਕਾਸ਼ ਪੁਰਬ ਸਮਾਗਮ 12 ਨਵੰਬਰ ਨੂੰ ਭਾਈ ਲੱਖੀ ਸਾਹਿਬ ਨਜ਼ਾਰਾ ਹਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹੋਣਗੇ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਸੇਵਾ ਕਰਕੇ ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ,
ਪਰਤਖ ਗੁਰੂ ਨਿਸਤਾਰੇ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਲ ਨ ਬੁਝੇ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਬੇਸ਼ੁਮਾਰ ਅਥਾ ਅਗਨਤ ਅਤੁਲ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। 11 ਜਹੂਰ ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ। ਚਵਰ ਛਤਰ ਤਖਤ ਦੇ ਮਾਲਕ, 10 ਪਾਤਸ਼ਾਹੀਆਂ ਦੀ ਜੋਤ, ਜੋਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ। ਆਪ ਜੀ ਵਡਭਾਗੇ ਹੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਨਿਸ਼ਾਨੀ ਪੁਰਬ ਨੂੰ ਸਮਰਪਿਤ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹਾਜ਼ਰੀਆਂ ਭਰਦੇ ਹੋਏ, ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਦੇ ਹੋਏ ਆਪਣਾ ਜਨਮ ਸਫਲ ਬਣਾ ਰਹੇ ਹੋ। ਸਾਰੇ ਮਿਲ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਸਤਿਕਾਰ ਦੇ ਨਾਲ ਇਸ ਪਾਵਨ ਸਥਾਨ ਦੇ ਗ੍ਰੰਥੀ ਸਾਹਿਬਾਨ ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਪਾਸੋਂ ਆਪ ਜੀ ਨੇ ਪਾਵਨ ਸ਼ਬਦ ਸਰਵਣ ਕੀਤਾ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਉਚਾਰੀ ਹੋਈ ਪਾਵਨ ਬਾਣੀ ਸਿੱਧ ਗੋਸ਼ਟ, ਜਿਸ ਦੀਆਂ 60 ਪੌੜੀਆਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਪਿਛਲੇ ਸਮੇਂ ਦੇ ਵਿੱਚ 61 ਤੋਂ ਲੈ ਕੇ 65 ਨੰਬਰ ਪੌੜੀ ਤੱਕ ਭਾਈ ਸਾਹਿਬ ਜੀ ਨੇ ਮੂਲ ਪਾਠ ਸਰਵਣ ਕਰਵਾਇਆ ਹੈ। ਜੋ ਸਮਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਆਓ ਇਸ ਪਾਵਨ ਬਾਣੀ ਨਾਲ ਜੁੜ ਕੇ ਗੁਰੂ ਸਾਹਿਬ ਜੀ ਦੇ ਉਪਦੇਸ਼ ਆਪਣਿਆਂ ਹਿਰਦਿਆਂ ਵਿੱਚ ਵਸਾਈਏ। ਮਨ ਬਿਰਤੀਆਂ ਇਕਾਗਰ ਕਰੋ, ਧਿਆਨ ਗੁਰੂ ਚਰਨਾਂ ਵਿੱਚ ਜੋੜੋ। ਇੱਕ ਵਾਰ ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਜੀ। ਜੋ ਅੱਜ ਦੇ ਮੂਲ ਪਾਠ ਦੀ ਪਹਿਲੀ ਪੌੜੀ ਹੈ, ਉਸ ਦੇ ਵਿੱਚ ਸਿੱਧ ਸਵਾਲ ਕਰ ਰਹੇ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ। ਇਸ ਪਾਵਨ ਬਾਣੀ ਵਿੱਚ ਜਿੰਨੇ ਵੀ ਸਵਾਲ ਕੀਤੇ, ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਨੇ ਉਹਨਾਂ ਦੇ ਜਵਾਬ ਦਿੱਤੇ ਨੇ। ਇਸ ਵਿਚਾਰ ਨੂੰ, ਇਸ ਗੋਸ਼ਟ ਨੂੰ ਵਾਦ ਵਿਵਾਦ ਨਹੀਂ ਬਣਨ ਦਿੱਤਾ। ਮੇਰੇ ਸਤਿਗੁਰੂ ਜੀ ਨੇ ਬੜੇ ਸੋਹਣੇ ਢੰਗ ਦੇ ਨਾਲ ਜਵਾਬ ਦੇ ਕੇ ਇਸ ਨੂੰ ਸੰਵਾਦ ਦੇ ਵਿੱਚ ਬਦਲਿਆ। ਚਾਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਮੇਲ ਸਿੱਧਾਂ ਦੇ ਨਾਲ ਸਮੇਰ ਪਰਬਤ 'ਤੇ ਹੋਇਆ, ਚਾਹੇ ਨਾਨਕ ਮਤੇ ਹੋਇਆ, ਜਾਂ ਪਿਸ਼ੌਰ ਵਿੱਚ ਗੋਰ ਖੱਟੜੀ 'ਤੇ ਹੋਇਆ, ਜਾਂ ਫਿਰ ਅਚਲ ਬਟਾਲੇ ਹੋਇਆ। ਜਿੱਥੇ ਵੀ ਉਹਨਾਂ ਨੇ ਸਵਾਲ ਪੁੱਛੇ, ਸਤਿਗੁਰੂ ਜੀ ਨੇ ਬੜੇ ਪਿਆਰ ਦੇ ਨਾਲ ਜਵਾਬ ਦਿੱਤੇ। ਤੇ ਜਦੋਂ ਕਲਮ ਬੰਦ ਕੀਤਾ ਤੇ ਸਿਰਲੇਖ ਦਿੱਤਾ ਸਿੱਧ ਗੋਸ਼ਟ, ਸਿੱਧਾਂ ਦੇ ਨਾਲ ਵਿਚਾਰ ਚਰਚਾ। ਤੇ ਉਹਦਾ ਜਿਹੜਾ ਮਨੋਰਥ ਕੀ ਹੈ, ਸਿੱਧ ਕਹਿੰਦੇ ਪਰਮਾਤਮਾ ਨੂੰ, ਸਿੱਧ ਗੋਸ਼ਟ ਦਾ ਭਾਵ ਹੈ ਪ੍ਰਭੂ ਦੇ ਨਾਲ ਮਿਲਾਪ। ਸਾਹਿਬ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਿੱਧ ਆਖਦੇ ਨੇ। ਮਨ ਕਾ ਜੀਓ ਪਵਨ ਕਥੀਅਲੇ, ਪਵਨ ਕਹਾਂ ਰਸ ਖਾਈ। ਕਹਿਣ ਲੱਗੇ ਮਨ ਦਾ ਜਿਹੜਾ ਆਸਰਾ ਹੈ, ਉਹ ਪ੍ਰਾਣ ਕਹੇ ਜਾਂਦੇ ਨੇ ਵੀ ਪ੍ਰਾਣ ਜਿਹੜੇ ਨੇ ਉਹ ਮਨ ਦਾ ਆਸਰਾ ਨੇ।
ਪਰ ਸਾਨੂੰ ਦੱਸੋ, ਇਹ ਪ੍ਰਾਣਾਂ ਦਾ ਆਸਰਾ ਕੌਣ ਹੈ? ਪ੍ਰਾਣਾਂ ਨੂੰ ਕਿੱਥੋਂ ਆਸਰਾ ਮਿਲਦਾ ਹੈ? ਫਿਰ ਅਗਲੀ ਗੱਲ ਕਹੀ, ਗਿਆਨ ਕੀ ਮੁਦਰਾ ਕਮਨ ਅਵਧੂ, ਗਿਆਨ ਪ੍ਰਾਪਤੀ ਦਾ ਸਾਧਨ ਕੀ ਹੈ? ਗਿਆਨ ਕਿਸ ਤਰ੍ਹਾਂ ਪ੍ਰਾਪਤ ਹੁੰਦਾ ਹੈ? ਸਿੱਧ ਕੀ ਕਮਨ ਕਮਾਈ, ਜਿਹੜੇ ਯੋਗ ਸਾਧਨਾ ਵਿੱਚ ਪੁੱਗਿਆ ਹੋਇਆ ਜੋਗੀ ਹੈ, ਸਿੱਧ ਹੈ, ਜਿੰਨੇ ਵੀ ਐਸੇ ਜੋਗੀ ਨੇ, ਐਸੇ ਜੋਗੀ ਦੀ ਕਮਾਈ ਕੀ ਹੈ? ਉਹਨੂੰ ਪ੍ਰਾਪਤ ਕੀ ਹੁੰਦਾ ਹੈ? ਗੁਰੂ ਸਾਹਿਬ ਜੀ ਆਖਦੇ ਨੇ, ਬਿਨ ਸ਼ਬਦੈ ਰਸ ਨਾ ਆਵੇ ਅਵਧੂ, ਸ਼ਬਦ ਤੋਂ ਬਿਨਾਂ ਪ੍ਰਾਣਾਂ ਨੂੰ ਰਸ ਨਹੀਂ ਆਉਂਦਾ, ਭਾਵ ਪ੍ਰਾਣਾਂ ਨੂੰ ਖੁਰਾਕ ਨਹੀਂ ਮਿਲਦੀ। ਕਹਿਣ ਤੋਂ ਭਾਵ ਹੈ ਕਿ ਗੁਰੂ ਦਾ ਸ਼ਬਦ ਹੀ ਪ੍ਰਾਣਾਂ ਦਾ ਆਸਰਾ ਹੈ, ਪ੍ਰਾਣਾਂ ਦੀ ਖੁਰਾਕ ਹੈ। ਉਹਨਾਂ ਪੁੱਛਿਆ, ਪ੍ਰਾਣਾਂ ਦਾ ਆਸਰਾ ਕੀ ਹੈ? ਤੇ ਸਤਿਗੁਰੂ ਜੀ ਨੇ ਜਵਾਬ ਦਿੱਤਾ, ਗੁਰ ਸ਼ਬਦ ਹੀ ਪ੍ਰਾਣਾਂ ਦਾ ਆਸਰਾ ਹੈ। ਹਉਮੈ ਪਿਆਸ ਨਾ ਜਾਈ, ਤੇ ਗੁਰ ਸ਼ਬਦ ਤੋਂ ਬਿਨਾਂ ਜਿਹੜੀ ਹਉਮੈ ਦੀ ਤ੍ਰੇਹ ਹੈ, ਹਉਮੈ ਦੀ ਪਿਆਸ ਹੈ, ਉਹ ਮਿਟਦੀ ਨਹੀਂ। ਅਸੀਂ ਬਾਣੀ ਪੜ੍ਹਦੇ ਸੁਣਦੇ ਹਾਂ, ਹਉਮੈ ਦੀਰਘ ਰੋਗ ਹੈ, ਦਾਰੂ ਪੀਏ ਸਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ, ਨਾਨਕ ਕਹਿਤ ਸੁਣੋ ਜਣੋ ਇਤ ਸੰਜਮ ਦੁਖ ਜਾਏ। ਕਹਿੰਦੇ ਇਹ ਲਾ ਇਲਾਜ, ਬੇ ਇਲਾਜ ਨਹੀਂ ਹੈ ਹਉਮੈ ਦਾ ਜਿਹੜਾ ਰੋਗ ਹੈ। ਜਦੋਂ ਪਰਮਾਤਮਾ ਕਿਰਪਾ ਕਰਦਾ ਹੈ ਤੇ ਮਨੁੱਖ ਨੂੰ ਗੁਰੂ ਸ਼ਬਦ ਦੇ ਨਾਲ ਜੋੜਦਾ ਹੈ, ਇਸ ਤਰੀਕੇ ਦੇ ਨਾਲ ਗੁਰ ਸ਼ਬਦ ਦੇ ਨਾਲ ਜੁੜ ਕੇ ਹਉਮੈ ਦੂਰ ਹੋ ਜਾਂਦੀ ਹੈ। ਗੁਰ ਸ਼ਬਦ ਦੇ ਨਾਲ ਜੁੜ ਕੇ ਹਉਮੈ, ਅਹੰਕਾਰ, ਵਿਕਾਰ ਦੂਰ ਹੁੰਦੇ ਨੇ। ਇਸੇ ਵਾਸਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਸਿੱਧਾਂ ਨੇ ਸਵਾਲ ਕੀਤਾ ਵੀ ਤੁਹਾਡਾ ਗੁਰੂ ਕੌਣ ਹੈ, ਤੇ ਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ, ਮੇਰਾ ਗੁਰੂ ਸ਼ਬਦ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦੇ ਜਗ ਬਉਰਾਨੰ। ਇਹ ਸ਼ਬਦ ਹੀ ਹੈ ਜਿਹੜਾ ਸੰਸਾਰ ਨੂੰ ਆਸਰਾ ਦਿੰਦਾ ਹੈ, ਸੰਸਾਰ ਨੂੰ ਸੱਤਾ ਦੇ ਰਿਹਾ ਹੈ। ਤੇ ਉਹਨਾਂ ਨੇ ਇਹ ਵੀ ਸਵਾਲ ਕੀਤਾ ਸਿੱਧ ਗੋਸ਼ਟ ਦੇ ਵਿੱਚ ਕਿ ਜਦੋਂ ਸੰਸਾਰ ਨਹੀਂ ਸੀ ਤੇ ਇਹ ਸ਼ਬਦ ਕਿੱਥੇ ਸੀਗਾ? ਤੇ ਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ ਵੀ ਉਸ ਵੇਲੇ ਇਹ ਪਰਮਾਤਮਾ ਵਿੱਚ ਅਭੇਦ ਸੀ। ਸਾਨੂੰ ਮਾਣ ਕਰਨਾ ਚਾਹੀਦਾ ਹੈ ਕਿ ਜੋ ਸਾਡਾ ਗੁਰੂ ਹੈ, ਸ਼ਬਦ ਗੁਰੂ, ਜਦੋਂ ਸੰਸਾਰ ਨਹੀਂ ਸੀ ਬਣਿਆ ਉਦੋਂ ਵੀ ਮੌਜੂਦ ਸੀ, ਉਦੋਂ ਵੀ ਪਰਮਾਤਮਾ ਵਿੱਚ ਮਿਲਿਆ ਹੋਇਆ ਸੀ। ਐਸੇ ਗੁਰੂ ਦੇ ਲੜ ਲਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨੰਦੇੜ ਦੀ ਧਰਤੀ ਤੇ ਗੁਰਤਾ ਗੱਦੀ ਬਖਸ਼ ਕੇ। ਤੇ ਸਾਨੂੰ ਮਾਣ ਹੋਣਾ ਚਾਹੀਦਾ ਵੀ ਜਦੋਂ ਸੰਸਾਰ ਨਹੀਂ ਸੀ, ਸਾਡਾ ਗੁਰੂ ਉਦੋਂ ਪਹਿਲਾਂ ਦਾ ਹੈ। ਇੱਕ ਪਰਮਾਤਮਾ ਸੀ ਉਦੋਂ, ਤੇ ਦੂਜਾ ਜੋ ਸਾਡਾ ਗੁਰੂ ਹੈ ਸ਼ਬਦ ਗੁਰੂ, ਇਹ ਉਦੋਂ ਪਰਮਾਤਮਾ ਵਿੱਚ ਅਭੇਦ ਸੀਗਾ। ਅੱਜ ਸ਼ਬਦ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਨਿਸ਼ਾਨੀ ਪੁਰਬ ਹੈ ਅੱਜ। ਤੇ ਨਾਨਕ ਨਾਮ ਲੇਵਾ ਸੰਗਤਾਂ ਜਿੱਥੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾ ਰਹੀਆਂ ਨੇ, ਉਹਦੇ ਨਾਲ ਨਾਲ ਅੱਜ ਗੁਰਤਾ ਗੱਦੀ ਨਿਸ਼ਾਨੀ ਪੁਰਬ ਵੀ ਮਨਾ ਰਹੀਆਂ ਨੇ। ਅੰਮ੍ਰਿਤਸਰ ਦੀ ਪਾਵਨ ਧਰਤੀ ਤੋਂ ਜਦੋਂ ਆਰੰਭਤਾ ਹੋਈ, ਸੰਪਾਦਨਾ ਕੀਤੀ ਗਈ, ਤੇ ਲਖਾਰੀ ਭਾਈ ਗੁਰਦਾਸ ਜੀ, ਤੇ ਜਦੋਂ ਗ੍ਰੰਥ ਸਾਹਿਬ ਤਿਆਰ ਹੋ ਗਏ ਉਦੋਂ ਗੁਰੂ ਸ਼ਬਦ ਨਹੀਂ ਸੀ ਲੱਗਾ, ਜਾਂ ਬੀੜ ਸਾਹਿਬ ਕਹਿੰਦੇ ਸਨ।
ਤੇ ਸਤਿਗੁਰੂ ਜੀ ਨੇ ਥਾਂ ਥਾਂ ਤੇ ਹੁਕਮਨਾਮੇ ਪਹਿਲਾਂ ਹੀ ਭੇਜੇ ਸਨ ਵੀ ਆਓ ਦਰਸ਼ਨ ਕਰ ਲਓ। ਬੌਕੀਨ ਤੇ ਹਾਵਲ ਮੇਲ ਭਇਓ, ਬੜੀ ਵੱਡੀ ਮਾਤਰਾ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੋਈ। ਸਭ ਸੰਗਤ ਸਰਾਉਣ ਸੁਨਾਏ ਦਿਓ, ਦਰਸ਼ੇ ਸਭ ਆਣ ਉਸ਼ਾਹ ਕਹਿਓ। ਸਾਰਿਆਂ ਨੇ ਆ ਕੇ ਦਰਸ਼ਨ ਦੀਦਾਰ ਕੀਤੇ, ਕਈ ਘਰਾਂ ਨੂੰ ਚਲੇ ਗਏ ਤੇ ਕਈ ਰੁਕ ਗਏ। ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਦੇ ਵਿੱਚ ਹੋਇਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਣਾ ਸੀ ਤੇ ਸਥਾਨ ਪਹਿਲਾਂ ਹੀ ਬਣਾਇਆ ਗਿਆ। ਪਰ ਸਿੱਖ ਨੂੰ ਵਡਿਆਈ ਦਿੰਦੇ ਹੋਏ ਉਸ ਸਮੇਂ ਇਤਿਹਾਸਕਾਰ ਲਿਖਦੇ ਨੇ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਪੁੱਛਦੇ ਨੇ, ਬਾਬਾ ਬੁੱਢਾ ਸਾਹਿਬ ਜੀ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿੱਥੇ ਕਰੀਏ? ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਸਤਿਗੁਰੂ ਤੁਸੀਂ ਆਪ ਸਰਬ ਕਲਾ ਸਮਰੱਥ ਹੋ, ਸਾਡਾ ਤੁਹਾਨੂੰ ਸਲਾਹ ਦੇਣਾ ਤੇ ਇਦਾਂ ਹੋਵੇਗਾ ਜਿਵੇਂ ਸੂਰਜ ਦੇ ਸਾਹਮਣੇ ਦੀਵਾ ਜਗਾਉਣ ਵਾਲੀ ਗੱਲ ਹੋਵੇ। ਤੇ ਜੇ ਤੁਸੀਂ ਪੁੱਛਿਆ ਹੀ ਹੈ ਤੇ ਮੇਰਾ ਫਰਜ਼ ਹੈ ਕਿ ਤੁਹਾਡਾ ਹੁਕਮ ਮੰਨਣਾ। ਮੈਂ ਤੁਹਾਨੂੰ ਇਹੀ ਬੇਨਤੀ ਕਰਾਂਗਾ ਕਿ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ ਜਾਵੇ। ਬੜੀ ਸੋਹਣੀ ਵਿਛਾਈ, ਸੋਹਣੇ ਰਮਾਲੇ, ਸੋਹਣਾ ਚੰਦੋਆ ਸਾਹਿਬ, ਸੋਹਣਾ ਪੀੜਾ ਸਾਹਿਬ। ਜਿਸ ਤਰ੍ਹਾਂ ਅੱਜ ਸਾਡੇ ਅੰਦਰ ਚਾਅ ਹੁੰਦਾ ਨਾ ਗੁਰੂ ਸਾਹਿਬ ਜੀ ਦਾ, ਪੀੜਾ ਸਾਹਿਬ ਵੀ ਸੋਹਣਾ ਹੋਵੇ, ਰਮਾਲੇ ਵੀ ਸੋਹਣੇ ਹੋਣ, ਚੰਦੋਆ ਸਾਹਿਬ ਵੀ ਬੜਾ ਸੋਹਣਾ ਹੋਵੇ। ਉਦੋਂ ਵੀ ਸਿੱਖਾਂ ਦੇ ਮਨ ਵਿੱਚ ਬੜਾ ਚਾਅ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਆਪਣੇ ਮਨ ਵਿੱਚ ਬੜਾ ਚਾਅ ਸੀ। ਪਹਿਲਾ ਪ੍ਰਕਾਸ਼ ਜਦੋਂ ਹਰਿਮੰਦਰ ਸਾਹਿਬ ਦੇ ਵਿੱਚ ਹੋਇਆ ਤੇ ਗ੍ਰੰਥੀ ਦੀ ਜਿਹੜੀ ਸੇਵਾ ਸੀ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਹਿੱਸੇ ਆਈ। ਹੋਰ ਵੀ ਸਿੱਖ ਸਨ, ਭਾਈ ਗੁਰਦਾਸ ਜੀ ਵੀ ਸੀ, ਜਿਨ੍ਹਾਂ ਨੇ ਆਪਣੇ ਹੱਥਾਂ ਦੇ ਨਾਲ ਕਲਮ ਲੈ ਕੇ ਸਾਰੀ ਬਾਣੀ ਲਿਖੀ। ਉਹਨਾਂ ਨੂੰ ਮਹਾਰਾਜ ਦੀ ਤਾਬਿਆ ਨਹੀਂ ਬਿਠਾਇਆ। ਅੱਜ ਉਹਨਾਂ ਨੂੰ ਸੇਵਾ ਨਹੀਂ ਦਿੱਤੀ। ਕਿਤੇ ਸੰਸਾਰ ਵਾਸੀ ਇਹ ਨਾ ਸੋਚਣ ਕਿ ਆਪਣੀ ਬਰਾਦਰੀ ਨੂੰ ਹੀ ਇਹ ਸੇਵਾ ਦੇਈ ਜਾ ਰਹੀ ਹੈ। ਕਿਤੇ ਸਾਡੇ ਆਉਣ ਵਾਲੇ ਸਮੇਂ ਵਿੱਚ ਇਹ ਜੋ ਗੁਰੂ ਦੇ ਸੁਪੁੱਤਰ ਹਨ ਜਾਂ ਰਿਸ਼ਤੇਦਾਰ ਹਨ, ਇਹਨਾਂ ਵਿੱਚ ਵੀ ਭਰਮ ਨਾ ਪੈ ਜਾਵੇ ਵੀ ਸਾਨੂੰ ਰਿਸ਼ਤੇਦਾਰੀ ਦਾ ਕਰਕੇ ਇਹ ਸੇਵਾ ਦਿੱਤੀ ਗਈ ਹੈ। ਉਸ ਵੇਲੇ ਸੇਵਾ ਦਿੱਤੀ ਬਾਬਾ ਬੁੱਢਾ ਸਾਹਿਬ ਜੀ ਨੂੰ। ਤੇ ਬਾਬਾ ਬੁੱਢਾ ਸਾਹਿਬ ਜੀ ਜੱਟ ਸਿੱਖ ਸਨ ਤੇ ਉਸ ਵੇਲੇ ਇਹਨਾਂ ਨੂੰ ਜਿਹੜੀ ਇਹਨਾਂ ਦੀ ਗਿਣਤੀ ਬ੍ਰਾਹਮਣ ਦੇ ਅਨੁਸਾਰ ਵੈਸ਼ਾਂ ਦੇ ਵਿੱਚ ਆਉਂਦੀ ਹੈ। ਤੇ ਉਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਸੰਸਾਰ ਵਿੱਚ ਆਏ ਸਨ, ਵੈਸ਼ ਨੂੰ ਤੇ ਜਿਹੜਾ ਸ਼ੂਦਰ ਸੀ ਇਹਨੂੰ ਉਹਨਾਂ ਦੇ ਖੂਹ ਉੱਤੇ ਜਾਣ ਦਾ ਅਧਿਕਾਰ ਨਹੀਂ ਸੀ। ਗੁਰੂ ਸਾਹਿਬ ਕਹਿਣ ਲੱਗੇ, ਮੈਂ ਇਹ ਜਿਹੜਾ ਵਖਰੇਵਾਂ ਵਾਂ ਅੱਜ ਦੂਰ ਕਰਨ ਲੱਗਾ ਵਾਂ। ਅੱਜ ਤਾਬਿਆ ਵਿੱਚ ਮੈਂ ਬਾਬਾ ਬੁੱਢਾ ਸਾਹਿਬ ਜੀ ਨੂੰ ਬਿਠਾਵਾਂਗਾ। ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਤਾਬਿਆ ਵਿੱਚ ਬਿਠਾਇਆ। ਜੇ ਉਸ ਵੇਲੇ ਸੁਖਾਸਨ ਦੀ ਗੱਲ ਆਈ ਕਿ ਰਾਤਰੀ ਦਾ ਵਿਸ਼ਰਾਮ ਗ੍ਰੰਥ ਸਾਹਿਬ ਕਿੱਥੇ ਕਰਨਗੇ, ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਜਿੱਥੇ ਅਸੀਂ ਵਿਸ਼ਰਾਮ ਕਰਦੇ ਹਾਂ ਉਸ ਕੋਠੜੀ ਵਿੱਚ ਪਲੰਘਾ ਸਾਹਿਬ ਦੇ ਉੱਤੇ ਗ੍ਰੰਥ ਸਾਹਿਬ ਵਿਸ਼ਰਾਮ ਕਰਨਗੇ। ਕਹਿਣ ਲੱਗੇ, ਤੁਸੀਂ ਕਿੱਥੇ ਆਰਾਮ ਕਰੋਗੇ? ਕਹਿਣ ਲੱਗੇ ਕਿ ਅਸੀਂ ਥੱਲੇ ਹੀ ਕਰ ਲਵਾਂਗੇ, ਅਸੀਂ ਥੱਲੇ ਜ਼ਮੀਨ ਤੇ ਹੀ ਆਰਾਮ ਕਰ ਲਵਾਂਗੇ, ਪਰ ਗ੍ਰੰਥ ਸਾਹਿਬ ਦਾ ਸਤਿਕਾਰ ਪੂਰਾ ਹੋਣਾ ਚਾਹੀਦਾ ਹੈ। ਤੇ ਉਸ ਯਾਦ ਵਿੱਚ ਅੱਜ ਵੀ ਸਿੱਖੋ, ਜਦੋਂ ਅਕਾਲ ਤਖਤ ਸਾਹਿਬ ਤੇ ਦਰਸ਼ਨ ਕਰਨ ਜਾਓਗੇ ਨਾ, ਇੱਕ ਦਰੀ ਤੇ ਇੱਕ ਚਾਦਰ ਉਸ ਯਾਦ ਵਿੱਚ ਅੱਜ ਵੀ ਰੋਜ਼ ਵਿਛਾਈ ਜਾਂਦੀ ਹੈ। ਗੁਰੂ ਸਾਹਿਬ ਜੀ ਥੱਲੇ ਜ਼ਮੀਨ ਤੇ ਲੇਟਦੇ ਰਹੇ। ਇਸ ਪਾਵਨ ਬਾਣੀ ਦਾ ਇੰਨਾ ਸਤਿਕਾਰ ਕੀਤਾ ਹੈ। ਜਦੋਂ ਗੁਰੂ ਸਾਹਿਬ ਜੀ ਦਮਦਮਾ ਸਾਹਿਬ ਦੀ ਧਰਤੀ ਤੇ ਆਏ, ਸਾਬੋ ਕੀ ਤਲਵੰਡੀ, ਉਸ ਵੇਲੇ ਸਿੱਖਾਂ ਨੇ ਕਿਹਾ ਵੀ ਗੁਰੂ ਸਾਹਿਬ ਜੀ ਤੁਸੀਂ ਕਿਹਾ ਸੀ ਕਿ ਸਾਨੂੰ ਗੁਰਬਾਣੀ ਦੇ ਸਾਰੇ ਅਰਥ ਭੇਦ ਤੋਂ ਜਾਣੂ ਕਰਵਾਓਗੇ। ਤੇ ਸਾਹਿਬ ਜੀ ਕਹਿਣ ਲੱਗੇ, ਜਾਓ ਧੀਰ ਮੱਲ ਦੇ ਵਾਰਸਾਂ ਕੋਲ। ਉਹ ਪਾਵਨ ਗ੍ਰੰਥ ਸਾਹਿਬ ਹੈ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਵਾਇਆ। ਭਾਈ ਗੁਰਦਾਸ ਨੇ ਲਿਖਿਆ, ਜਾਓ ਲੈ ਕੇ ਆਓ। ਤੇ ਉਹਨਾਂ ਦੇਣ ਤੋਂ ਇਨਕਾਰ ਕਰ ਦਿੱਤਾ। ਜੇ ਗੁਰੂ ਸਮਰੱਥ ਹੈ ਤੇ ਨਵਾਂ ਗ੍ਰੰਥ ਤਿਆਰ ਕਰਵਾ ਲੈ।
ਹੁਣ ਦੇਖੋ ਉੱਥੇ ਲਿਖਣ ਸਰ ਗੁਰਦੁਆਰਾ ਸਾਹਿਬ ਹੈ, ਜਿੱਥੇ ਅੱਜ ਵੀ ਲੋਕ ਜਾ ਕੇ 35 ਅੱਖਰ ਗੁਰਮੁਖੀ ਦੇ ਲਿਖਦੇ ਨੇ। ਇੱਕ ਜੱਜ ਨੂੰ ਉੱਥੇ ਲਿਖਦਿਆਂ ਵੇਖਿਆ ਗਿਆ, ਪੁੱਛਿਆ ਗਿਆ ਤੁਸੀਂ ਤੇ ਜੱਜ ਹੋ ਤੇ ਕੁਝ ਸਮੇਂ ਬਾਅਦ ਰਿਟਾਇਰ ਹੋਣ ਵਾਲੇ ਹੋ, ਤੁਹਾਨੂੰ ਲਿਖਣ ਦੀ ਕੀ ਲੋੜ ਪੈ ਗਈ ਹੈ? ਉਹਨੇ ਆਖਿਆ ਮੈਨੂੰ ਪਤਾ ਲੱਗਾ ਹੈ ਕਿ ਇੱਥੇ ਆਤਮਿਕ ਗਿਆਨ ਮਿਲਦਾ ਹੈ, ਮੈਂ ਇਸ ਵਾਸਤੇ ਲਿਖਣ ਆਇਆ ਕਿ ਕਲਗੀ ਵਾਲੇ ਪਾਤਸ਼ਾਹ ਜਿੰਨੀ ਵੀ ਮੇਰੀ ਸਰਵਿਸ ਰਹਿ ਗਈ ਹੈ, ਮੈਂ ਸੁਣਿਆ ਇਥੋਂ ਆਤਮਿਕ ਗਿਆਨ ਮਿਲਦਾ ਹੈ, ਮੈਨੂੰ ਐਸਾ ਗਿਆਨ ਬਖਸ਼ੀ ਕਿ ਜਿੰਨੀ ਵੀ ਮੇਰੀ ਸਰਵਿਸ ਰਹਿ ਗਈ ਮੈਂ ਗਲਤ ਫੈਸਲਾ ਨਾ ਕਰ ਦੇਵਾਂ। ਜੋ ਵੀ ਮੈਂ ਫੈਸਲਾ ਕਰਾਂ ਉਹ ਮੈਂ ਠੀਕ ਫੈਸਲਾ ਕਰ ਸਕਾਂ। ਇਹ ਮਤ, ਇਸ ਮਤ ਤੂੰ ਮੇਰੇ ਹਿੱਸੇ, ਮੇਰੀ ਝੋਲੀ ਵਿੱਚ ਪਾ ਦੇ। ਗੁਰੂ ਸਾਹਿਬ ਜੀ ਨੇ ਉਸ ਸਰੋਵਰ ਦੇ ਕੰਢੇ ਬੈਠ ਕੇ ਬਾਣੀ ਲਿਖਵਾਉਣੀ ਆਰੰਭ ਕੀਤੀ। ਇੱਧਰੋਂ ਦਿੱਲੀ ਤੋਂ ਭਾਈ ਮਣੀ ਸਿੰਘ ਮਤਾਵਾਂ ਨਾਲ ਪਹੁੰਚ ਗਏ ਸਨ। ਲਿਖਣ ਦੀ ਸੇਵਾ ਹੁਣ ਭਾਈ ਮਣੀ ਸਿੰਘ ਨੇ ਕੀਤੀ ਹੈ ਤੇ ਬਾਬਾ ਦੀਪ ਸਿੰਘ ਜੀ ਨਾਲ ਸਾਰਾ ਪ੍ਰਬੰਧ ਕਰਦੇ ਨੇ, ਤੇ ਜਿੰਨੀ ਬਾਣੀ ਭਾਈ ਮਣੀ ਸਿੰਘ ਜੀ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਰਸਨਾ ਤੋਂ ਬੋਲ ਕੇ ਲਿਖਾਉਂਦੇ ਨੇ, ਉਹਦਾ ਉਤਾਰਾ ਬਾਬਾ ਦੀਪ ਸਿੰਘ ਜੀ ਕਰ ਲੈਂਦੇ ਨੇ। 9 ਮਹੀਨੇ 9 ਘੜੀਆਂ 9 ਪਲ ਦਾ ਸਮਾਂ ਲੱਗਾ। ਗ੍ਰੰਥ ਸਾਹਿਬ ਤਿਆਰ ਹੋਇਆ ਤੇ 31ਵਾਂ ਰਾਗ ਇਸ ਦਮਦਮਾ ਸਾਹਿਬ ਤਖਤ, ਜਿਹੜਾ ਸਾਡਾ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਇੱਥੇ ਬੈਠ ਕੇ 31 ਰਾਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਰਜ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਜਦੋਂ ਦਰਜ ਹੋਈ ਤੇ ਜਿਹੜਾ ਜੈਜਾਵੰਤੀ ਰਾਗ ਹੈ ਉਹਦੇ ਵਿੱਚ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਹੈ। ਜਿੱਥੇ 31 ਰਾਗ ਦਰਜ ਹੋਇਆ ਉੱਥੇ 6ਵੇਂ ਗੁਰੂ ਸਾਹਿਬ ਜੀ ਦੀ ਬਾਣੀ, ਭਾਵ ਪਹਿਲਾਂ 5 ਗੁਰੂ ਸਾਹਿਬਾਨਾਂ ਦੀ ਬਾਣੀ ਸੀ, ਹੁਣ 6ਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਵੀ ਵਿੱਚ ਦਰਜ ਕਰ ਦਿੱਤੀ। ਔਰ ਆਖਿਆ ਇਹ ਗੁਰੂ ਕੀ ਕਾਂਸ਼ੀ ਹੋਏਗੀ, ਇਥੋਂ ਜਿਹੜੇ ਵੀ ਭਾਵਨਾ ਰੱਖ ਕੇ ਆਉਣਗੇ ਉਹਨਾਂ ਨੂੰ ਆਤਮ ਗਿਆਨ ਮਿਲੇਗਾ। ਜਦੋਂ ਆਪ ਜੀ ਨੰਦੇੜ ਦੀ ਧਰਤੀ ਨੂੰ ਗਏ ਨੇ ਤੇ ਨਾਲ ਇਹ ਪਾਵਨ ਸਰੂਪ ਤੇ ਨੰਦੇੜ ਦੀ ਧਰਤੀ ਹੈ, ਇੱਕ ਉਹ ਸਮਾਂ ਆਇਆ ਜਦੋਂ ਗੁਰੂ ਸਾਹਿਬ ਜੀ ਦੇ ਉੱਤੇ ਵਾਰ ਹੋਇਆ ਤੇ ਹੁਣ ਉਹ ਵੈਦ ਸੱਦਿਆ ਗਿਆ, ਉਹਨੇ ਟੰਕੇ ਲਾ ਦਿੱਤੇ, ਮਲਮ ਪੱਟੀ ਕਰ ਦਿੱਤੀ। ਸਮਾਂ ਆਪਣੀ ਚਾਲ ਚੱਲਿਆ, ਉਤੋਂ ਲੱਗਦਾ ਸੀ ਕਿ ਜਿਵੇਂ ਆਰਾਮ ਆ ਗਿਆ, ਪਰ ਅੰਦਰੋਂ ਜ਼ਖਮ ਅੱਲਾ ਸੀਗਾ। ਉਧਰੋਂ ਬਾਦਸ਼ਾਹ ਨੇ ਆਪਣੇ ਅਹਿਲਕਾਰ ਭੇਜੇ ਸਨ ਤੇ ਸਿੱਖ ਸ਼ਾਸਤਰਾਂ ਦੀ ਸਫਾਈ ਕਰ ਰਹੇ ਸਨ। ਜਦੋਂ ਵੱਡਾ ਧਨੁਸ਼ ਦੇਖਿਆ, ਕਮਾਨ ਦੇਖਿਆ, ਉਹਨਾਂ ਦੇ ਮਨ ਵਿੱਚ ਸ਼ੰਕਾ ਆ ਗਿਆ। ਉਹਨਾਂ ਨੇ ਬਚਨ ਕਰਨੇ ਸ਼ੁਰੂ ਕੀਤੇ ਵੀ ਇਹ ਤੇ ਕੇਵਲ ਵੇਖਣ ਵਾਸਤੇ ਰੱਖਿਆ ਹੋਏਗਾ, ਇਹਨੂੰ ਕੋਈ ਚਲਾ ਨਹੀਂ ਸਕਦਾ ਹੋਏਗਾ। ਤੇ ਸਿੱਖਾਂ ਨੇ ਆਖਿਆ ਇਹਨੂੰ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਚਲਾਉਂਦੇ ਨੇ, ਪਰ ਇਸ ਵੇਲੇ ਉਹਨਾਂ ਦੀ ਤਬੀਅਤ ਠੀਕ ਨਹੀਂ ਹੈ, ਨਹੀਂ ਤੇ ਤੁਹਾਨੂੰ ਚਲਾ ਕੇ ਜ਼ਰੂਰ ਦਿਖਾਉਂਦੇ। ਇਹ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੰਨਾਂ ਵਿੱਚ ਪੈ ਗਏ। ਉਹਨਾਂ ਆਖਿਆ ਇਹਨਾਂ ਦਾ ਸ਼ੰਕਾ ਦੂਰ ਕਰਨਾ ਹੈ। ਅਸਲ ਵਿੱਚ ਅੰਤਰਜਾਮੀ ਪਾਤਸ਼ਾਹ ਨੇ, ਉਹਨਾਂ ਨੂੰ ਪਤਾ ਹੈ ਕਿ ਹੁਣ ਸਮਾਂ ਨੇੜੇ ਆ ਰਿਹਾ ਹੈ, ਬਹਾਨਾ ਤੇ ਕੋਈ ਨਾ ਕੋਈ ਬਣਨਾ ਹੀ ਹੈ ਨਾ। ਜਦੋਂ ਗੁਰੂ ਸਾਹਿਬ ਜੀ ਨੇ ਚਿਲਾ ਚਾੜ ਕੇ ਖਿੱਚ ਕੇ ਕੰਨਾਂ ਤੱਕ ਉਹ ਤੀਰ ਚਲਾਇਆ ਵਾ, ਗੁਰੂ ਸਾਹਿਬ ਜੀ ਦਾ ਜਿਹੜਾ ਜ਼ਖਮ ਅੰਦਰੋਂ ਅੱਲਾ ਸੀ, ਬਾਹਰੋਂ ਵੇਖਣ ਨੂੰ ਲੱਗਦਾ ਸੀ ਕਿ ਠੀਕ ਹੋ ਗਿਆ, ਉਹ ਜ਼ਖਮ ਫਟ ਗਿਆ। ਸਿੱਖਾਂ ਨੇ ਆਖਿਆ ਵੈਦ ਬੁਲਾਈਏ। ਸਾਹਿਬ ਜੀ ਕਹਿਣ ਲੱਗੇ ਨਹੀਂ। ਉਸ ਜ਼ਖਮ ਨੂੰ ਬੰਨ੍ਹ ਦਿੱਤਾ ਗਿਆ, ਕਮਰ ਕੱਸਾ ਕਰ ਦਿੱਤਾ ਗਿਆ। ਗੁਰੂ ਸਾਹਿਬ ਜੀ ਕਹਿਣ ਲੱਗੇ ਹੁਣ ਸਮਾਂ ਨੇੜੇ ਆ ਗਿਆ ਤੇ ਗੁਰੂ ਸਾਹਿਬ ਜੀ ਨੇ ਪ੍ਰਕਾਸ਼ ਕਰਵਾਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਦੋਂ ਅਜੇ ਗੁਰੂ ਪਦਵੀ ਨਹੀਂ ਲੱਗੀ, ਪਰ ਕੁਝ ਹੀ ਸਮੇਂ ਬਾਅਦ ਗੁਰੂ ਪਦਵੀ ਮਿਲਣੀ ਹੈ ਗ੍ਰੰਥ ਸਾਹਿਬ ਨੂੰ।
ਤੇ ਸਤਿਗੁਰੂ ਜੀ ਨੇ 5 ਪੈਸੇ ਤੇ ਨਾਰੀਅਲ ਲੈ ਕੇ ਮੱਥਾ ਟੇਕਿਆ, ਪਰਿਕਰਮਾ ਕੀਤੀਆਂ। ਉਸ ਵੇਲੇ ਬਚਨ ਕਹੇ ਸਨ ਜੋ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਦਰਜ ਕੀਤੇ ਨੇ। ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਆਖਿਆ ਸਾਰੇ ਸਿੱਖਾਂ ਨੂੰ ਇਹ ਆਗਿਆ ਹੈ, ਇਹ ਹੁਕਮ ਹੈ ਕਿ ਅੱਜ ਤੋਂ ਬਾਅਦ ਦੇਹਧਾਰੀ ਗੁਰੂ ਦੀ ਪ੍ਰਥਾ ਖਤਮ ਹੋ ਗਈ। ਅੱਜ ਤੋਂ ਬਾਅਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਗੁਰੂ ਹੋਣਗੇ। ਜਦੋਂ ਬੇਨਤੀ ਕੀਤੀ ਸੀ ਸੰਗਤ ਨੇ ਕਿ ਜਿਹੜੀ ਸੰਗਤ ਹੈ ਇਹਦਾ ਕੀ ਆਸਰਾ ਹੋਵੇਗਾ, ਕਿਹਦੇ ਲੜ ਲਾ ਕੇ ਚੱਲੇ ਹੋ, ਤੇ ਉਸ ਵੇਲੇ ਵੀ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਗੁਰੂ ਨੇ। ਇਹ ਬਚਨ ਵੀ ਕਹਿ ਓਟ ਅਕਾਲ ਕੀ, ਪਰਚਾ ਸ਼ਬਦ ਦਾ ਤੇ ਦੀਦਾਰ ਖਾਲਸੇ ਦਾ। ਇੱਕ ਓਟ ਅਕਾਲ ਪੁਰਖ ਦੀ ਲੈਣੀ ਹੈ ਔਰ ਗੁਰਬਾਣੀ ਪੜ੍ਹਨੀ ਸੁਣਨੀ, ਵਿਚਾਰ ਕੇ ਹਿਰਦੇ ਵਿੱਚ ਵਸਾਉਣੀ ਹੈ ਤੇ ਖਾਲਸੇ ਦਾ ਦੀਦਾਰ ਕਰਨਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਤਾ ਗੱਦੀ ਬਖਸ਼ੀ। ਗੁਰਤਾ ਗੱਦੀ ਬਖਸ਼ਣ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਨੂੰ ਭੇਜ ਦਿੱਤਾ ਸੀ ਕਿ ਜੇ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਇੱਥੇ ਹੋਵੇ ਤੇ ਕਿਸੇ ਇਹ ਭਰਮ ਨਾ ਪੈ ਜਾਵੇ ਵੀ ਗੁਰਤਾ ਗੱਦੀ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਹੀਂ ਦਿੱਤੀ, ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਤੀ ਹੈ। ਇਸ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਹਿਲਾਂ ਹੀ ਪੰਜਾਬ ਵੱਲ ਨੂੰ ਭੇਜ ਦਿੱਤਾ ਹੈ। ਜਦੋਂ ਵੀ ਗੁਰਤਾ ਗੱਦੀ ਮਿਲਦੀ ਰਹੀ, ਬਾਬਾ ਬੁੱਢਾ ਸਾਹਿਬ ਜੀ ਜਾਂ ਉਹਨਾਂ ਦੀ ਅੰਸ਼ ਬੰਸ ਗੁਰਤਾ ਗੱਦੀ ਸਮੇਂ ਗੁਰਿਆਈ ਦਾ ਤਿਲਕ ਦਿੰਦੇ ਰਹੇ। ਅੱਜ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ ਨੂੰ ਵੀ ਲਾਂਭੇ ਕਰ ਦਿੱਤਾ। ਆਖਿਆ ਬਾਬਾ ਬੁੱਢਾ ਸਾਹਿਬ ਜੀ, ਅੱਜ ਮੈਂ ਆਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਬੈਠ ਕੇ ਇਹ ਹੁਕਮ ਕਰਨ ਲੱਗਾ ਵਾਂ ਸਾਰੇ ਸਿੱਖ ਜਗਤ ਨੂੰ ਕਿ ਅੱਜ ਤੋਂ ਤੁਹਾਡਾ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੋਣਗੇ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੇ ਲੇ। ਜਿਹਨੇ ਪਰਮਾਤਮਾ ਨੂੰ ਮਿਲਣਾ ਹੈ ਉਹ ਸ਼ਬਦ ਦੀ ਖੋਜ ਕਰੇ, ਸ਼ਬਦ ਦੀ ਵਿਚਾਰ ਕਰੇ, ਉਹਨੂੰ ਆਪਣੇ ਹਿਰਦੇ ਵਿੱਚ ਵਸਾਏ, ਉਹਦੀ ਕਮਾਈ ਕਰੇ, ਪ੍ਰਭੂ ਦੇ ਨਾਲ ਮਿਲਾਪ ਹੋਵੇਗਾ। ਚੌਥੇ ਪਾਤਸ਼ਾਹ ਨੇ ਇਸ ਗੱਲ ਦੀ ਗਵਾਹੀ ਦਿੱਤੀ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਯਕੀਨੀ ਤੌਰ ਤੇ ਇਹ ਗੁਰਬਾਣੀ ਮਨੁੱਖ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦੀ ਹੈ। ਆਖਿਆ ਯਕੀਨ ਰੱਖਿਓ ਪ੍ਰਤੱਖ, ਯਕੀਨੀ ਤੌਰ ਤੇ ਇਹ ਬਾਣੀ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਗੀ। ਇਸ ਵਾਸਤੇ ਬਾਣੀ ਦੇ ਨਾਲ ਜੁੜੋ। ਸਤਵੇਂ ਪਾਤਸ਼ਾਹ ਨੇ ਵੀ ਗੱਲ ਕਹੀ ਸੀ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਨੰਦੇੜ ਦੀ ਧਰਤੀ ਹੈ। ਹੁਕਮਨਾਮਾ ਜਿਹੜਾ ਆਇਆ ਸੀ, ਅਵਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਉਸ ਤੋਂ ਬਾਅਦ ਹੀ ਇਸ ਨੰਦੇੜ ਦਾ ਨਾਂ ਜਿਹੜਾ ਸੀ ਅਵਚਲ ਨਗਰ ਰੱਖਿਆ ਗਿਆ ਸੀ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋ ਚਾਹੈ ਖੋਜ ਸ਼ਬਦ ਮੇ ਲੇ। ਜਿਨੇ ਪਰਮਾਤਮਾ ਨੂੰ ਮਿਲਣਾ ਉਹ ਗੁਰਬਾਣੀ ਪੜ੍ਹੇ ਸੁਣੇ ਵਿਚਾਰੇ ਹਿਰਦੇ ਵਿੱਚ ਵਸਾਵੇ, ਕਿਉਂਕਿ ਗੁਰੂ ਜਿਹੜਾ ਹੈ ਉਹ ਪਰਮਾਤਮਾ ਦੇ ਘਰ ਦਾ ਵਿਚੋਲਾ ਹੈ, ਮਨੁੱਖ ਨੂੰ ਪਰਮਾਤਮਾ ਨਾਲ ਮਿਲਾਉਣ ਵਾਲਾ ਹੈ। ਇਹ ਬਾਣੀ ਜਿਹੜੀ ਹੈ ਇਹ ਸਾਨੂੰ ਖੇੜਾ ਬਖਸ਼ਦੀ ਹੈ। ਦਰਸ਼ਨ ਪਰਸ਼ਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ, ਖਿਨ ਰਮ ਗੁਰਗਮ ਹਰਦਮ ਨਹਿ ਜਮ, ਹਰ ਕੰਠ ਨਾਨਕ ਔਰ ਹਾਰੀ ਰੇ। ਜਿਹੜਾ ਇੱਕ ਖਿਨ ਇਸ ਗੁਰਬਾਣੀ ਦੇ ਨਾਲ ਜੁੜੇਗਾ, ਹਿਰਦੇ ਵਿੱਚ ਵਸਾਏਗਾ,
ਉਹਦੀ ਗੁਰੂ ਤੱਕ ਪਹੁੰਚ ਹੋ ਜਾਏਗੀ। ਜਿਹੜਾ ਹਰ ਦਮ ਬਾਣੀ ਦਾ ਆਸਰਾ ਲਏਗਾ ਉਹਦਾ ਫਿਰ ਜਮਾਂ ਦੇ ਨਾਲ ਵਾਹ ਨਹੀਂ ਪਏਗਾ, ਉਹਦਾ ਵਾਸਾ ਸਿੱਧਾ ਪ੍ਰਭੂ ਦੇ ਘਰ ਵਿੱਚ ਹੋ ਜਾਏਗਾ। ਇਹ ਪਰਮਾਤਮਾ ਦੇ ਰੰਗ ਵਿੱਚ ਰੰਗੀ ਹੋਈ ਬਾਣੀ ਹੈ। ਇਹ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਗੁਰੂ ਸਾਹਿਬਾਨਾਂ ਦੇ ਮੁਖਾਰ ਬਿੰਦ ਤੋਂ ਨਿਕਲੀ ਹੋਈ ਪਾਵਨ ਬਾਣੀ ਹੈ। ਬਾਣੀ ਦਾ ਅਰਥ ਹੁੰਦਾ ਬਚਨ, ਬੋਲ। ਅਸੀਂ ਗੁਰਬਾਣੀ ਇਸ ਵਾਸਤੇ ਕਹਿੰਦੇ ਹਾਂ ਕਿ ਗੁਰੂ ਦੇ ਮੁਖ ਤੋਂ ਨਿਕਲੇ ਹੋਏ ਬਚਨ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਤਾ ਗੱਦੀ ਨੰਦੇੜ ਦੀ ਧਰਤੀ ਤੇ, ਜਿੱਥੇ ਅੱਜ ਸਾਡਾ ਤਖਤ ਹੈ ਸ੍ਰੀ ਹਜ਼ੂਰ ਸਾਹਿਬ, ਉਸ ਪਾਵਨ ਧਰਤੀ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ੀ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਪਾਂ ਪੁਰਬ ਮਨਾਉਂਦੇ ਹਾਂ। ਗੁਰੂ ਸਾਹਿਬ ਜੀ ਦਾ ਅਸੀਂ ਪ੍ਰਕਾਸ਼ ਪੁਰਬ ਮਨਾਉਂਦੇ ਹਾਂ। 550 ਸਾਲਾ ਆ ਰਿਹਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੋਤੀ ਜੋ ਸਮਾਉਣ ਦਾ ਪੁਰਬ ਮਨਾਉਂਦੇ ਆਪਾਂ। ਪਰ ਗੁਰਤਾ ਗੱਦੀ ਕਦੇ ਨਹੀਂ ਮਨਾਉਂਦੇ, ਕਿਉਂਕਿ ਉਹ ਸ਼ੁਰੂ ਤੋਂ ਹੀ ਧੁਰ ਦਰਗਾਹ ਤੋਂ ਹੀ ਗੁਰੂ ਬਣ ਕੇ ਸੰਸਾਰ ਵਿੱਚ ਆਏ ਸਨ। ਉਹਨਾਂ ਤੋਂ ਹੀ ਅੱਗੇ ਦੂਸਰੇ ਪਾਤਸ਼ਾਹ, ਤੀਸਰੇ ਪਾਤਸ਼ਾਹ, ਚੌਥੇ, ਪੰਜਵੇਂ, ਛੇਵੇਂ ਪਾਤਸ਼ਾਹ, ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ ਤੇ 10ਵੇਂ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜੇ। ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵੀ ਆਪਾਂ 2 ਹੀ ਪੁਰਬ ਮਨਾਉਂਦੇ ਹਾਂ। ਇੱਕ ਆਪਾਂ ਪਹਿਲਾ ਪ੍ਰਕਾਸ਼ ਪੁਰਬ ਮਨਾਉਂਦੇ ਹਾਂ ਤੇ ਦੂਸਰਾ ਆਪਾਂ ਗੁਰਤਾ ਗੱਦੀ ਨਿਸ਼ਾਨੀ ਪੁਰਬ ਮਨਾਉਂਦੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਨਾ ਮਨਾਉਂਦੇ ਆ ਤੇ ਨਾ ਕਦੇ ਮਨਾਇਆ ਜਾਏਗਾ, ਕਿਉਂਕਿ ਸਾਡਾ ਗੁਰੂ ਜੁਗੋ ਜੁਗ ਅਟਲ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਸੰਸਾਰ ਨਹੀਂ ਸੀ ਉਦੋਂ ਵੀ ਸਾਡਾ ਗੁਰੂ ਮੌਜੂਦ ਸੀ, ਪਰਮਾਤਮਾ ਵਿੱਚ ਅਭੇਦ ਸੀ। ਤੇ ਜਦੋਂ ਸੰਸਾਰ ਨਹੀਂ ਹੋਵੇਗਾ ਉਦੋਂ ਵੀ ਸਾਡਾ ਗੁਰੂ ਇਸੇ ਤਰ੍ਹਾਂ ਹੀ ਹੋਏਗਾ। ਕਿਉਂਕਿ ਜਦੋਂ ਸਿੱਧਾ ਨੇ ਪੁੱਛਿਆ ਵੀ ਜਦੋਂ ਸੰਸਾਰ ਨਹੀਂ ਸੀ ਤੇ ਸ਼ਬਦ ਕਿੱਥੇ ਸੀ, ਤੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਸੋ ਸ਼ਬਦ ਨਿਰੰਤਰ ਨਿਜ ਘਰ ਆਛੈ। ਉਹ ਜਿਹੜਾ ਸ਼ਬਦ ਹੈ ਉਹ ਪਰਮਾਤਮਾ ਦੇ ਵਿੱਚ ਅਭੇਦ ਸੀਗਾ। ਗੁਰਤਾ ਗੱਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ੀ। ਦੇਹ ਧਾਰੀ ਗੁਰੂ ਦੀ ਪ੍ਰਥਾ ਜਿਹੜੀ ਸੀ ਉਹ ਬੰਦ ਕੀਤੀ। ਜੇ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰੀਸ ਕਰੇ ਤੇ ਉਹ ਨਹੀਂ ਕਰ ਸਕਦਾ, ਉਹ ਝਾੜ ਪਵੇਗਾ, ਪਰ ਗੁਰੂ ਦੀ ਰੀਸ ਨਹੀਂ ਕਰ ਸਕਦਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਨਿਸ਼ਾਨੀ ਪੁਰਬ ਦੀ ਆਪ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਸਿੱਧ ਗੋਸ਼ਟ ਬਾਣੀ ਦੇ ਵਿੱਚ ਸਿੱਧ ਸਵਾਲ ਕਰਦੇ ਨੇ ਤੇ ਗੁਰੂ ਸਾਹਿਬ ਜੀ ਜਵਾਬ ਦਿੰਦੇ ਨੇ। ਉਹਨਾਂ ਆਖਿਆ ਕਿ ਪ੍ਰਾਣਾ ਦਾ ਆਸਰਾ ਕੀ ਹੈ, ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਗੁਰੂ ਦਾ ਸ਼ਬਦ ਹੀ ਪ੍ਰਾਣਾ ਦਾ ਆਸਰਾ ਹੈ। ਸ਼ਬਦ ਰਤੇ ਅੰਮ੍ਰਿਤ ਰਸ ਪਾਇਆ ਸਾਚੇ ਰਹਿ ਅਕਾਈ। ਉਹਨਾਂ ਨੇ ਆਖਿਆ ਸ਼ਬਦ ਤੋਂ ਬਿਨਾ ਪ੍ਰਾਣਾ ਨੂੰ ਰਸ ਨਹੀਂ ਆਉਂਦਾ, ਖੁਰਾਕ ਨਹੀਂ ਮਿਲਦੀ, ਤੇ ਹਉਮੈ ਦੀ ਜਿਹੜੀ ਪਿਆਸ ਹੈ ਉਹ ਮੁੱਕਦੀ ਨਹੀਂ। ਫਿਰ ਆਖਿਆ ਸ਼ਬਦ ਰਤੇ ਅੰਮ੍ਰਿਤ ਰਸ ਪਾਇਆ। ਜਿਹੜੇ ਸ਼ਬਦ ਦੇ ਵਿੱਚ ਰੰਗੇ ਗਏ ਉਹਨਾਂ ਨੇ ਆਤਮਿਕ ਜੀਵਨ ਦੇਣ ਵਾਲਾ ਨਾਮ ਅੰਮ੍ਰਿਤ ਪ੍ਰਾਪਤ ਕਰ ਲਿਆ। ਸਾਚੇ ਰਹਿ ਅਕਾਈ, ਤੇ ਉਹ ਸਦਾ ਸੱਚੇ ਪਰਮਾਤਮਾ ਦੇ ਵਿੱਚ ਖੀਵੇ ਰਹਿੰਦੇ ਨੇ, ਮਸਤ ਰਹਿੰਦੇ ਨੇ। ਫਿਰ ਅੱਗੇ ਸਵਾਲ ਕੀਤਾ ਕਵਨ ਬੁੱਧ ਜਿਤ ਅਸਥਿਰ ਰਹੀਏ। ਉਹ ਕਿਹੜੀ ਬੁੱਧੀ ਹੈ ਜਿਹਦੇ ਨਾਲ ਮਨ ਟਿਕਿਆ ਰਹਿ ਸਕਦਾ ਹੈ। ਕਿਤ ਭੋਜਨ ਤ੍ਰਿਪਤਾਸੈ। ਉਹ ਕਿਹੜੀ ਖੁਰਾਕ ਹੈ ਜਿਹਦੇ ਨਾਲ ਮਨ ਰੱਜਿਆ ਰਹੇ।
ਮਨ ਸਾਡਾ ਰੱਜਦਾ ਹੀ ਨਹੀਂ ਨਾ ਕਦੀ, ਕਿਉਂਕਿ ਅਸੀਂ ਸੰਸਾਰੀ ਪਦਾਰਥਾਂ ਦੇ ਪਿੱਛੇ ਹੀ ਸਾਡਾ ਮਨ ਲੱਗਿਆ ਹੋਇਆ ਵਾ, ਦੌੜਦਾ ਰਹਿੰਦਾ ਹੈ। ਇਹ ਮਨ ਚੰਚਲ ਹੈ, ਡੋਲਦਾ ਰਹਿੰਦਾ ਹੈ। ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਈ। ਇਹ ਤਾਂ ਜਦੋਂ ਪ੍ਰਮਾਤਮਾ ਦੀ ਕਿਰਪਾ ਹੋਵੇ ਉਦੋਂ ਵਸ ਵਿੱਚ ਆਉਂਦਾ ਹੈ। ਉਹਨਾਂ ਨੇ ਆਖਿਆ ਕਿਹੜੀ ਬੁੱਧੀ ਹੈ ਜਿਹਦੇ ਨਾਲ ਮਨ ਟਿਕਿਆ ਰਹੇ, ਕਿਹੜਾ ਭੋਜਨ ਹੈ ਜਿਹਦੇ ਨਾਲ ਮਨ ਰੱਜਿਆ ਰਵੇ। ਤੇ ਸਾਹਿਬ ਜੀ ਕਹਿਣ ਲੱਗੇ ਨਾਨਕ ਦੁੱਖ ਸੁੱਖ ਸਮ ਕਰ ਜਾਪੈ, ਸਤਿਗੁਰ ਤੇ ਕਾਲ ਨਾ ਗਰਾਸੈ। ਜਿਹੜੀ ਮਤ ਸਤਿਗੁਰੂ ਤੋਂ ਪ੍ਰਾਪਤ ਹੁੰਦੀ ਹੈ ਉਹਦੇ ਨਾਲ ਮਨੁੱਖ ਦੁੱਖ ਤੇ ਸੁੱਖ ਨੂੰ ਇੱਕ ਸਮਾਨ ਜਾਣਦਾ ਹੈ ਤੇ ਅਡੋਲ ਰਹਿੰਦਾ ਹੈ, ਭਟਕਦਾ ਨਹੀਂ ਹੈ। ਜਿਹੜਾ ਭੋਜਨ ਸਤਿਗੁਰੂ ਤੋਂ ਮਿਲਦਾ ਹੈ, ਨਾਮ ਰੂਪੀ ਭੋਜਨ, ਉਹਦੇ ਨਾਲ ਮਨ ਰੱਜਿਆ ਰਹਿੰਦਾ ਏ ਤੇ ਮੌਤ ਦਾ ਭੈ ਇਹਨੂੰ ਗਰਸ ਨਹੀਂ ਸਕਦਾ। ਫਿਰ ਅੱਗੇ ਆਖਿਆ ਰੰਗ ਨਾ ਰਾਤਾ ਰਸ ਨਹੀਂ ਮਾਤਾ, ਗੁਰ ਸ਼ਬਦ ਦੀ ਕਮਾਈ ਕਰਨ ਤੋਂ ਬਿਨਾਂ ਮਨੁੱਖ ਦਾ ਮਨ ਜਿਹੜਾ ਹੈ ਪ੍ਰਭੂ ਦੇ ਰੰਗ ਵਿੱਚ ਰੰਗਿਆ ਨਹੀਂ ਰਹਿੰਦਾ, ਉਹਦੇ ਉੱਤੇ ਰੰਗ ਨਹੀਂ ਚੜ੍ਹਦਾ। ਪਰਮਾਤਮਾ ਦੇ ਵਿੱਚ ਉਹ ਖੀਵਾ ਨਹੀਂ ਹੁੰਦਾ। ਫਿਰ ਅੱਗੇ ਆਖਿਆ ਬਿਨ ਗੁਰ ਸ਼ਬਦੈ ਜਲ ਬਲ ਤਾਤਾ, ਗੁਰ ਸ਼ਬਦ ਦੀ ਕਮਾਈ ਕਰਨ ਤੋਂ ਬਿਨਾਂ ਜਿਹੜਾ ਮਨੁੱਖ ਹੈ ਉਹ ਸੰਸਾਰੀ ਧੰਦਿਆਂ ਵਿੱਚ ਜੁੜ ਕੇ ਸੜ ਬਲ ਕੇ ਕਰੁੱਝਦਾ ਰਹਿੰਦਾ ਹੈ, ਖਿੱਚਦਾ ਰਹਿੰਦਾ ਹੈ। ਬਿੰਦ ਨਾ ਰਾਖਿਆ ਸ਼ਬਦ ਨਾ ਭਾਖਿਆ, ਬਿੰਦ ਰਾਖ ਜੋ ਤਰੀਏ ਭਾਈ। ਤੇ ਸਾਹਿਬ ਜੀ ਕਹਿੰਦੇ ਖੁਸਰੇ ਕਿਉਂ ਨਾ ਪਰਮਗਤ ਪਾਈ। ਜਿਹਨੂੰ ਪਰਮਾਤਮਾ ਨੇ ਧੁਰ ਤੋਂ ਹੀ ਐਸਾ ਬਣਾ ਕੇ ਭੇਜਿਆ, ਉਹਨੂੰ ਜੇ ਪਰਮ ਗਤੀ ਨਹੀਂ ਮਿਲੀ ਤੇ ਤੂੰ ਆਪਣੇ ਆਪ ਨੂੰ ਐਸਾ ਜਤੀ ਅਖਵਾ ਕੇ ਕੀ ਪ੍ਰਾਪਤ ਕਰ ਲਏਗਾ। ਕਹਿੰਦੇ ਜਿਹਨੇ ਪਰਮਾਤਮਾ ਨੂੰ ਅਰਾਧਿਆ ਨਹੀਂ। ਵਚਨ ਨੇ ਬਿੰਦ ਨਾ ਰਾਖਿਆ ਸ਼ਬਦ ਨਾ ਭਾਖਿਆ, ਜਿਹਨੇ ਗੁਰ ਸ਼ਬਦ ਨਹੀਂ ਉਚਾਰਿਆ ਉਹਨੇ ਜਤੀ ਬਣ ਕੇ ਵੀ ਕੁਝ ਨਹੀਂ ਖੱਟਿਆ, ਉਹਨੂੰ ਕੁਝ ਪ੍ਰਾਪਤ ਹੀ ਨਹੀਂ ਹੋਈ। ਗੁਰਮਤਿ ਦੇ ਵਿੱਚ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣੀ। ਗੁਰੂ ਨਾਨਕ ਦੇਵ ਮਹਾਰਾਜ ਨੇ ਜਿਸ ਗ੍ਰਸਤ ਧਰਮ ਨੂੰ ਅਪਣਾਇਆ ਹੈ ਤੇ ਉਸ ਨੂੰ ਪਵਿੱਤਰ ਵੀ ਆਖਿਆ ਹੈ। ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਇਸ ਵਾਸਤੇ ਸਾਹਿਬ ਜੀ ਕਹਿੰਦੇ ਜਿਹਨੇ ਸ਼ਬਦ ਨਹੀਂ ਉਚਾਰਿਆ ਉਹਨੇ ਜਤੀ ਬਣ ਕੇ ਵੀ ਕੁਝ ਨਹੀਂ ਖੱਟਿਆ। ਪਵਨ ਨਾ ਸਾਧਿਆ ਸੱਚ ਨਾ ਅਰਾਧਿਆ। ਜਿਹਨੇ ਸੱਚੇ ਪ੍ਰਮਾਤਮਾ ਨੂੰ ਨਹੀਂ ਸਿਮਰਿਆ ਉਹਨੇ ਪੁਰਾਣਾ ਜਾਮ ਕਰਕੇ ਵੀ ਕੁਝ ਪ੍ਰਾਪਤ ਨਹੀਂ ਕੀਤਾ। ਇਸ ਤਰ੍ਹਾਂ ਵੀ ਮਨ ਜਿਹੜਾ ਉਹ ਕਾਬੂ ਵਿੱਚ ਨਹੀਂ ਆਉਂਦਾ। ਅਕਥ ਕਥਾ ਲੈ ਸਮ ਕਰ ਰਹਿ, ਉਸ ਅਕਥ ਪ੍ਰਭੂ ਦੇ ਗੁਣ ਗਾ ਕੇ ਮਨੁੱਖ ਦੁੱਖ ਸੁੱਖ ਨੂੰ ਇੱਕੋ ਜਿਹਾ ਜਦੋਂ ਜਾਣਦਾ ਹੈ ਤੋ ਨਾਨਕ ਆਤਮ ਰਾਮ ਕੋ ਲਹੈ। ਫਿਰ ਉਹ ਸੰਸਾਰ ਦੀ ਜਿੰਦ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ। ਫਿਰ ਉਸ ਨੂੰ ਜਿਹੜਾ ਸੰਸਾਰ ਦੀ ਜਿੰਦ ਹੈ, ਜਿਹੜਾ ਸਾਰੇ ਸੰਸਾਰ ਦੇ ਜੀਵਾਂ ਨੂੰ ਸੱਤਿਆ ਦੇਣ ਵਾਲਾ ਪ੍ਰਭੂ ਹੈ, ਉਸ ਪ੍ਰਭੂ ਨੂੰ ਪ੍ਰਾਪਤ ਕਰ ਲੈਂਦਾ ਹੈ। ਗੁਰ ਪ੍ਰਸਾਦੀ ਰੰਗੇ ਰਾਤਾ, ਗੁਰੂ ਦੀ ਕਿਰਪਾ ਦੇ ਨਾਲ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਰੰਗਿਆ ਰਹਿੰਦਾ ਹੈ, ਪ੍ਰਭੂ ਦੇ ਪਿਆਰ ਰੰਗ ਵਿੱਚ। ਅੰਮ੍ਰਿਤ ਪੀਆ ਸਾਚੇ ਮਾਤਾ, ਤੇ ਉਹ ਨਾਮ ਅੰਮ੍ਰਿਤ ਪੀਂਦਾ ਹੈ। ਜਿਹੜਾ ਨਾਮ ਰੰਗ ਦੇ ਵਿੱਚ ਰੰਗਿਆ ਗਿਆ ਉਸਨੇ ਨਾਮ ਅੰਮ੍ਰਿਤ ਪੀਤਾ ਤੇ ਸਾਚੇ ਮਾਤਾ ਉਹ ਫਿਰ ਸਦਾ ਸੱਚੇ ਪ੍ਰਭੂ ਦੇ ਵਿੱਚ ਮਸਤ ਰਹਿੰਦਾ ਹੈ, ਖੀਵਾ ਰਹਿੰਦਾ ਹੈ। ਉਹ ਫਿਰ ਇੱਧਰ ਉੱਧਰ ਆਪਣਾ ਧਿਆਨ ਨਹੀਂ ਦਿੰਦਾ, ਉਹ ਕੰਮਕਾਰ ਕਰਦਾ ਹੋਇਆ ਵੀ ਪਰਮਾਤਮਾ ਵਿੱਚ ਹੀ ਜੁੜਿਆ ਰਹਿੰਦਾ ਹੈ। ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ।
ਉਹਦੇ ਹੱਥ ਪੈਰ ਤੇ ਕੰਮ ਕਰ ਰਹੇ ਹੁੰਦੇ ਨੇ, ਪਰ ਚਿੱਤ ਉਹਦਾ ਪਰਮਾਤਮਾ ਨਾਲ ਜੁੜਿਆ ਹੁੰਦਾ ਹੈ। ਜਿੱਦਾਂ ਭਗਤ ਨਾਮਦੇਵ ਜੀ ਦਾ ਤਰਲੋਚਨ ਵੇਖ ਕੇ ਭੁਲੇਖਾ ਖਾ ਗਿਆ। ਉਹਨੇ ਆਖਿਆ, ਨਹੀਂ ਆ ਮੈਂ ਤੈਨੂੰ ਦੱਸਾਂ, ਤੂੰ ਆਪਣੇ ਥਾਂ ਤੇ ਠੀਕ ਹੈ, ਜਿੰਨੀ ਕੁ ਤੇਰੀ ਬੁੱਧੀ ਕੰਮ ਕੀਤੀ ਤੂੰ ਦੇਖਿਆ, ਉਹਦੇ ਨਾਲ ਅੰਦਾਜ਼ਾ ਲਗਾਇਆ ਵੀ ਇਹ ਤੇ ਕੰਮਕਾਰ ਕਰ ਰਿਹਾ, ਪਰਮਾਤਮਾ ਦਾ ਨਾਮ ਤੇ ਜਪ ਹੀ ਨਹੀਂ ਰਿਹਾ। ਪਰ ਮੈਂ ਤੈਨੂੰ ਦੱਸਦਾ ਕਿ ਇੱਕ ਜਿਹੜਾ ਬੱਚਾ ਹੈ ਉਹ ਕਾਗਜ਼ ਲਿਆ ਕੇ ਉਹਦੀ ਪਤੰਗ ਬਣਾ ਕੇ ਉਹਨੂੰ ਡੋਰ ਨਾਲ ਬੰਨ੍ਹ ਕੇ ਆਕਾਸ਼ ਵਿੱਚ ਉਡਾਉਂਦਾ ਏ, ਆਪਣੇ ਕੋਲ ਖਲੋਤੇ ਆਪਣੇ ਸਾਥੀਆਂ ਨਾਲ ਗੱਲਬਾਤ ਵੀ ਕਰਦਾ ਹੈ, ਪਰ ਉਹਦੀ ਸੁਰਤ ਉਹਦਾ ਧਿਆਨ ਪਤੰਗ ਦੀ ਡੋਰ ਵਿੱਚ ਹੁੰਦਾ ਹੈ। 2-4 ਬੱਚੀਆਂ ਘੜੇ ਰੱਖ ਕੇ ਆਪਣੇ ਸਿਰ ਦੇ ਉੱਤੇ ਪਾਣੀ ਲੈਣ ਜਾਂਦੀਆਂ ਨੇ। ਪਹਿਲਾਂ ਖੂਹਾਂ ਤੋਂ ਪਾਣੀ ਭਰਿਆ ਜਾਂਦਾ ਸੀ, ਨਦੀਆਂ ਤੋਂ ਪਾਣੀ ਲਿਆ ਜਾਂਦਾ ਸੀ। ਉਹ ਆਪਸ ਵਿੱਚ ਗੱਲਬਾਤ ਵੀ ਕਰਦੀਆਂ ਐ, ਪਰ ਸੁਰਤ ਕਰਕੇ ਉਹਨਾਂ ਦਾ ਜਿਹੜਾ ਧਿਆਨ ਹੈ ਸਿਰ ਦੇ ਉੱਤੇ ਰੱਖੇ ਘੜਿਆਂ ਦੇ ਵਿੱਚ ਹੁੰਦਾ ਹੈ। ਕਿਤੇ ਘੜਾ ਡਿੱਗ ਪਿਆ ਤੇ ਟੁੱਟ ਜਾਏਗਾ, ਪਾਣੀ ਤੋਂ ਵੀ ਵਾਂਝੀ ਹੋ ਜਾਵਾਂਗੀ। ਇਸੇ ਤਰ੍ਹਾਂ ਮੈਂ ਭਾਵੇਂ ਕੰਮਕਾਰ ਕਰ ਰਿਹਾ ਹਾਂ, ਮੇਰੀ ਸੁਰਤ ਪਰਮਾਤਮਾ ਵਿੱਚ ਜੁੜੀ ਹੋਈ ਹੈ। ਇਸ ਤਰ੍ਹਾਂ ਸੁਰਤ ਜਿਹੜੀ ਹੈ ਉਹ ਪਰਮਾਤਮਾ ਵਿੱਚ ਜੁੜ ਜਾਂਦੀ, ਪਰਮਾਤਮਾ ਵਿੱਚ ਹੀ ਉਹ ਮਸਤ ਰਹਿੰਦਾ, ਖੀਵਾ ਰਹਿੰਦਾ ਹੈ। ਗੁਰ ਵਿਚਾਰੀ ਅਗਨ ਨਿਵਾਰੀ, ਜਿਨੇ ਗੁਰ ਸ਼ਬਦ ਨੂੰ ਵਿਚਾਰ ਕੇ ਵਿਚਾਰਵਾਨ ਹੋਣਾ ਕੀਤਾ, ਉਹਨੇ ਫਿਰ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਜਿਹੜੀ ਸੀ ਉਹ ਬੁਝਾ ਲਈ, ਨਿਵਾਰ ਦਿੱਤੀ, ਦੂਰ ਕਰ ਦਿੱਤੀ। ਨਹੀਂ ਤਾਂ ਤ੍ਰਿਸ਼ਨਾ ਮਨੁੱਖ ਦੇ ਅੰਦਰ ਬੜੀ ਪ੍ਰਬਲ ਹੈ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾਖ ਕਰੋਰੇ, ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁੱਝੀ ਹੈ। ਕਰੋੜਾਂ ਰੁਪਏ ਇਕੱਠੇ ਕਰਦਾ ਹੈ, ਫਿਰ ਵੀ ਮਨ ਨੂੰ ਟਿਕਾ ਨਹੀਂ ਆਉਂਦਾ। ਕਹਿੰਦਾ ਹੁਣ ਅਰਬਪਤੀ ਬਣ ਜਾਵਾਂ। 40 ਗੰਜ ਜੋੜ ਕੇ ਕਾਰੂ ਪਾਤਸ਼ਾਹ ਦੀ ਤ੍ਰਿਸ਼ਨਾ ਨਹੀਂ ਬੁਝੀ। ਤੇ ਤ੍ਰਿਸ਼ਨਾ ਕਿੱਦਾਂ ਬੁਝਦੀ ਹੈ? ਤ੍ਰਿਸ਼ਨਾ ਬੁਝੈ ਪ੍ਰਭ ਕੈ ਨਾਮ, ਪਰਮਾਤਮਾ ਦਾ ਨਾਮ ਜਪਣ ਦੇ ਨਾਲ ਤ੍ਰਿਸ਼ਨਾ ਬੁਝਦੀ ਹੈ। ਇੱਥੇ ਕਹਿੰਦੇ ਜਿਨੇ ਗੁਰੂ ਦੇ ਸ਼ਬਦ ਦੇ ਰਾਹੀਂ ਵਿਚਾਰਵਾਨ ਹੋਣਾ ਕੀਤਾ, ਗੁਰੂ ਦੇ ਸ਼ਬਦ ਨੂੰ ਵਿਚਾਰਿਆ, ਉਹਨੇ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾ ਲਈ, ਤ੍ਰਿਸ਼ਨਾ ਦੂਰ ਕਰ ਲਈ। ਆਪਿਓ ਪੀਓ ਆਤਮ ਸੁਖ ਧਾਰੀ, ਉਸਨੇ ਆਤਮਿਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ ਰਸ ਪੀਤਾ। ਇਹ ਨਾਮ ਅੰਮ੍ਰਿਤ ਪੀਤਾ ਤੇ ਉਸ ਨੂੰ ਆਤਮਿਕ ਸੁਖ ਮਿਲ ਗਿਆ। ਉਸਨੇ ਆਤਮਿਕ ਸੁਖ ਧਾਰਨ ਕਰ ਲਏ, ਭਾਵ ਆਤਮਾ ਕਰਕੇ ਉਹ ਸੁਖੀ ਹੋ ਗਿਆ। ਭਾਵੇਂ ਲੋਕ ਵੇਖ ਕੇ ਕਹਿੰਦੇ ਨੇ ਉਸ ਨੂੰ ਕਿ ਇਹ ਮਨੁੱਖ ਅੰਦਰੋਂ ਸੁਖੀ ਨਹੀਂ ਹੋਏਗਾ, ਇਹਦਾ ਤੇ ਗੁਜ਼ਾਰਾ ਮਸਾਂ ਚੱਲ ਰਿਹਾ, ਪਰ ਉਹਨੂੰ ਆਤਮਿਕ ਤੌਰ ਤੇ ਅੰਦਰੋਂ ਸੁੱਖ ਮਿਲਿਆ ਹੋਇਆ, ਟਿਕਾ ਮਿਲਿਆ ਹੋਇਆ। ਉਹ ਦੂਸਰਿਆਂ ਵੱਲ ਨਹੀਂ ਦੇਖਦਾ, ਉਹ ਇਹ ਦੇਖਦਾ ਹੈ ਕਿ ਰੱਬ ਜੀ ਜੋ ਤੂੰ ਮੈਨੂੰ ਦਿੱਤਾ ਹੈ ਇਹਦਾ ਮੈਂ ਲੱਖ ਲੱਖ ਸ਼ੁਕਰ ਕਰਦਾ ਹਾਂ ਤੇ ਅਰਦਾਸ ਕਰਦਾ ਹਾਂ, ਹਰ ਇੱਕ ਨੂੰ ਖੁਰਾਕ ਤੇ ਪੋਸ਼ਾਕ ਜ਼ਰੂਰ ਦਵੀਂ, ਕੋਈ ਤਨ ਕਰਕੇ ਨੰਗਾ ਨਾ ਹੋਵੇ ਤੇ ਕੋਈ ਭੋਜਨ ਤੋਂ ਹੀਣਾ ਨਾ ਹੋਵੇ। ਉਹ ਫਿਰ ਐਸੀ ਅਰਦਾਸ ਕਰਦਾ ਹੈ। ਸੱਚ ਅਰਾਧਿਆ ਗੁਰਮੁਖ ਤਰ ਤਾਰੀ, ਜਿਨ੍ਹਾਂ ਨੇ ਸੱਚ ਅਰਾਧਿਆ ਉਹ ਸੰਸਾਰ ਸਮੁੰਦਰ ਤੋਂ ਤਰ ਗਏ। ਹੇ ਜੋਗੀ, ਤੂੰ ਵੀ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰ ਕੇ ਇਸ ਸੰਸਾਰ ਤੋਂ, ਦੁੱਤਰ ਸਾਗਰ ਤੋਂ ਪਾਰ ਲੰਘ। ਇਹ ਗੁਰੂ ਸਾਹਿਬ ਜੀ ਉਪਦੇਸ਼ ਦੇ ਰਹੇ ਨੇ, ਪਰ ਨਾਲ ਹੀ ਕਹਿੰਦੇ ਨਾਨਕ ਬੂਝੈ ਕੋ ਵਿਚਾਰੀ। ਕੋ ਵਿਰਲਾ ਹੀ ਵਿਚਾਰਵਾਨ ਇਸ ਗੱਲ ਨੂੰ ਸਮਝਦਾ ਹੈ ਕਿ ਪਰਮਾਤਮਾ ਦਾ ਸਿਮਰਨ ਕਰਕੇ ਸੰਸਾਰ ਸਮੁੰਦਰ ਤੋਂ ਤਰਿਆ ਜਾਂਦਾ ਹੈ, ਤੇ ਜਿਨ੍ਹੇ ਸੰਸਾਰ ਸਮੁੰਦਰ ਨੂੰ ਤਰਨਾ ਹੈ ਉਹ ਪਰਮਾਤਮਾ ਦਾ ਨਾਮ ਜਪੇ। ਭਗਤ ਨਾਮਦੇਵ ਜੀ ਨੇ ਰੱਬ ਦਾ ਪੱਲਾ ਫੜਿਆ, ਭਾਵੇਂ ਆਪਣੇ ਕੋਲ ਸਮਰੱਥਾ ਸੀ, ਪਰ ਆਖਿਆ ਸੰਸਾਰ ਸਮੁੰਦੇ ਤਾਰ ਗੋਬਿੰਦੇ,
हे गोबिंद, हे जीवां दी रखिया करन वाले प्रभु, मैनू संसार समुंदर तो पार कर दे। ते अखीर विच जाके कहंदे, नामा कह हों तार पे ना जानो, मोको बांह दे बीठला। मैनू अपना आसरा दे दे, मेरी कोई पाया नहीं है तरन दी, मैं तरन नहीं जानदा, तेरी किरपा दे नाल मैं संसार समुंदर तो पार हो सकदा है। ते जिन्हां नूं परमात्मा ने आसरा दिता, तरे कुटुंब संग लोग कुल सबाया, वो आप तर गए, उन्हां दे संगी साथी तर गए, उन्हां दा परिवार तर गया, उन्हां दियां सारियां कुल्लां तर गईयां। तरे कुटुंब परिवार तर गया, संग लोग संगी साथी तर गए, कुल सबाया सारियां कुल्लां तर गईयां। जिन्हां ने परमात्मा दा नाम सिमरिया, जिन्हां ने उस परमात्मा नूं आराध्या और मन करके सिमरिया, नानक बूझे को विचारी, फिर इस गल नूं कोई विरला ही विचारवान समझदा है। सिद्ध अगे सवाल कर रहे ने, ए मन मैगल कहाँ बसीअले, कहाँ बसे ए पमना, ए मस्त हाथी वर्गा मन किथे वसदा है। ए प्राण किथे वसदे ने, कहाँ बसै सो शब्द अवधू, ताको चुके मन का भवना। वो शब्द किथे वसदा है जिस शब्द दे राही ताड़ी मत अनुसार मन की भटकना मुकदी है। वो शब्द किथे वसदा है। साहब जी कहते, नदर करे तो सतगुर मिले, परमात्मा नदर करे किरपा करे तो वो सतगुरु मिलांदा है। जिन्ने भी गुरु दे नाल मिले ने, अपनी चतुराई अपने बल करके अपनी सियाणप करके नहीं मिले, वो परमात्मा की रहमत दा करके मिले ने, प्रभु की किरपालता दा करके मिले ने। जे तुसी भी गुरुद्वारा बंगला साहिब विखे हाजरी भर रहे हो समूह गुरमुख प्यारे, ते तुसी हिरदे विच ये सोच लियाओ कि गुरु हरकृष्ण साहब महाराज दे दर ते आए आ, ये परमात्मा की किरपा दे नाल आए हैं। प्रभु की किरपा हुई है, उन्हें सानू तंदुरुस्ती बख्शी है, सानू बल बख्शिया है, ते असी गुरु साहब जी दे दर ते चल के आ गए। कहन लगे, जदों परमात्मा किरपा करदा है, गुरु मिलांदा है, ते जदों गुरु मिलदा है, गुरु दे मिलिया निज घर वासा ये मन पाए। ये मन जिहड़ा है अपने निज घर विच वासा पा लैंदा, भाव अपने आप विच ही टिक जाता है। आपे आप खाए तो निर्मल होवे, ये अपने आप नूं ही खा लैंदा है। मन जिहड़ा है अपने आप नूं खाण तो भाव है कि सारे संकल्प ते विकल्प मुका लैंदा है। ये है मन दा अपने आप नूं खाना। मन दे विच कोई संकल्प विकल्प नहीं रहिंदा। आपे आप खाए जदों ऐसा हुंदा है तां निर्मल होवे, ये मन पवित्र हो जाता है। धावत वर्ज रहाए, फिर गुरु दे उपदेश राही दौड़दे मन नूं, जिहड़ा मन है बाहर दौड़दा होया जिहड़ा मन है वो रुक जाता है, वो फिर टिक जाता है, अडोल हो जाता है। फिर अगे आख्या, क्यों मूल पछाणे आत्म जाने, क्यों सस कर सूर समावे। जगत दे मूल परमात्मा नूं किद्दां पछाणिया जावे, किद्दां मनुख अपनी आत्मा नूं जाने, किद्दां चंद्रमा दे घर सूरज टिके। गुरु साहब जी कहते, गुरमुख हौमे विचों खोवै, तो नानक सहज समावै। गुरमुख गुरु दे सन्मुख जिहड़ा मनुख है उन्होंने गुरमुख कहा, जिहड़ा गुरु की मर्जी अनुसार चलता है। जदों
ਉਹ ਗੁਰੂ ਦੇ ਹੁਕਮ ਵਿੱਚ ਤੁਰ ਕੇ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ। ਕਿਉਂਕਿ ਜਿੰਨਾ ਚਿਰ ਹਉਮੈ ਉਹਨਾਂ ਚਿਰ ਪ੍ਰਭੂ ਦਾ ਨਾਮ ਨਹੀਂ ਵਸਦਾ, ਤੇ ਜਦੋਂ ਨਾਮ ਵਸ ਜਾਵੇ ਉਦੋਂ ਹਉਮੈ ਨੂੰ ਕੋਈ ਟਿਕਾਣਾ ਨਹੀਂ ਰਹਿੰਦਾ। ਤੁਸੀਂ ਚੁੰਬਕ ਦੇਖਦੇ ਹੋ ਨਾ, ਉਹਦੇ ਦੋ ਪਾਸੇ ਹੁੰਦੇ ਨੇ, ਇੱਕ ਪਾਸੇ ਤੋਂ ਇੱਕ ਦੂਜੇ ਵੱਲ ਦੌੜਦਾ ਹੈ, ਜੇ ਉਲਟਾ ਪਾਸਾ ਕਰ ਦਿਓ ਤੇ ਉਹ ਦੂਰ ਦੂਰ ਭੱਜਦਾ ਹੈ। ਇਸੇ ਤਰ੍ਹਾਂ ਜਦੋਂ ਨਾਮ ਵਸ ਗਿਆ ਤੇ ਹਉਮੈ ਦੂਰ ਭੱਜ ਜਾਂਦੀ ਹੈ। ਉਹ ਸਾਡੇ ਅੰਦਰ ਜਿਹੜੀ ਚੁੰਬਕ ਵਾਂਗ ਚਿਪਕੀ ਹੋਈ ਹਉਮੈ ਸੀ, ਜਿਹੜੀ ਮੈਂ ਸੀ, ਮੈਂ ਮੇਰੀ ਸੀ, ਜਦੋਂ ਨਾਮ ਵਸ ਗਿਆ, ਅੰਦਰ ਸ਼ਬਦ ਵਸ ਗਿਆ ਤੇ ਹਉਮੈ ਨੂੰ ਕੋਈ ਟਿਕਾਣਾ ਹੀ ਨਹੀਂ ਰਿਹਾ। ਜਦੋਂ ਹਉਮੈ ਦੂਰ ਕਰ ਦੇ ਤਾਂ ਨਾਨਕ ਸਹਿਜ ਸਮਾਵੇ, ਤਾਂ ਜਿਹੜਾ ਮਨ ਹੈ ਉਹ ਆਤਮਕ ਡੋਲਤਾ ਵਿੱਚ ਟਿਕ ਜਾਂਦਾ ਹੈ। ਫਿਰ ਅੱਗੇ ਆਖਦੇ, ਇਹ ਮਨ ਨੇਚਲ ਹਿਰਦੇ ਵਸੀਲੇ, ਗੁਰਮੁਖ ਮੂਲ ਪਛਾਣ ਰਹੈ। ਜਦੋਂ ਮਨੁੱਖ ਗੁਰੂ ਦੇ ਕਹੇ ਅਨੁਸਾਰ ਚੱਲਦਾ ਹੈ ਤੇ ਜਗਤ ਦੇ ਮੂਲ ਪਰਮਾਤਮਾ ਨੂੰ ਪਛਾਣਦਾ ਹੈ, ਉਹਦੇ ਨਾਲ ਸਾਂਝ ਪਾਉਂਦਾ ਹੈ। ਤੇ ਫਿਰ ਕੀ ਹੁੰਦਾ ਹੈ? ਇਹ ਜਿਹੜਾ ਮਨ ਹੈ ਇਹ ਨਿਚਲ ਹੋ ਕਰਕੇ ਟਿਕ ਕੇ ਹਿਰਦੇ ਦੇ ਵਿੱਚ ਵਸ ਜਾਂਦਾ ਹੈ। ਇਸ ਮਨ ਨੂੰ ਵੀ ਟਿਕਾਓ ਪ੍ਰਾਪਤ ਹੋ ਜਾਂਦਾ ਹੈ। ਨਾਭ ਪਵਨ ਘਰ ਆਸਨ ਬੈਸੇ, ਉਹਨਾਂ ਕਿਹਾ ਸੀ ਪ੍ਰਾਣ ਕਿੱਥੇ ਵਸਦੇ ਨੇ, ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਨਾਭੀ ਘਰ ਦੇ ਵਿੱਚ ਇਹ ਜਿਹੜਾ ਪ੍ਰਾਣ ਹੈ, ਇਹ ਜਿਹੜਾ ਸਵਾਸ ਹੈ, ਇਹ ਆਸਨ ਤੇ ਬੈਠਦਾ ਹੈ। ਭਾਵ ਸਵਾਸਾਂ ਦੀ ਸ਼ੁਰੂਆਤ ਨਾਭੀ ਤੋਂ ਹੁੰਦੀ ਹੈ। ਗੁਰਮੁਖ ਖੋਜਤ ਤਤ ਲਹੈ, ਤੇ ਗੁਰੂ ਦੇ ਹੁਕਮ ਵਿੱਚ ਤੁਰ ਕੇ ਮਨੁੱਖ ਅਸਲੀਅਤ ਨੂੰ ਪਛਾਣਦਾ ਹੈ। ਸੋ ਸ਼ਬਦ ਨਿਰੰਤਰ ਨਿਜ ਕਰ ਆਸ਼ੈ, ਤੇਰ ਪਵਨ ਜੋਤ ਸੋ ਸ਼ਬਦ ਲਹੈ। ਜਿਹੜਾ ਸ਼ਬਦ ਹੈ ਉਹ ਪਰਮਾਤਮਾ ਦੇ ਵਿੱਚ, ਸੁਣ ਪ੍ਰਭੂ ਦੇ ਵਿੱਚ ਟਿਕਿਆ ਹੁੰਦਾ ਹੈ। ਉਹਨਾਂ ਕਹੇ ਸ਼ਬਦ ਕਿੱਥੇ ਵਸਦਾ ਹੈ? ਤੇ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਸ਼ਬਦ ਹੈ ਉਹ ਸੁਣ ਪ੍ਰਭੂ ਦੇ ਵਿੱਚ ਟਿਕਦਾ ਹੈ। ਤੇਰ ਭਵਨ ਜੋਤ ਸੋ ਸ਼ਬਦ ਲਹੈ। ਗੁਰ ਸ਼ਬਦ ਦੇ ਰਾਹੀਂ ਹੀ ਮਨੁੱਖ ਤਰਲੋਕੀ ਦੇ ਵਿੱਚ ਵਿਆਪਕ ਜਿਹੜਾ ਪਰਮਾਤਮਾ ਹੈ ਉਸ ਨੂੰ ਪਛਾਣਦਾ ਹੈ, ਉਸ ਦੀ ਸੋਝੀ ਪ੍ਰਾਪਤ ਕਰਦਾ ਹੈ ਕਿ ਜਿੰਨੇ ਵੀ ਜੀਵ ਹਨ ਉਹਨਾਂ ਸਾਰਿਆਂ ਦੇ ਅੰਦਰ ਪਰਮਾਤਮਾ ਵਸਦਾ। ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਉਹ ਪਰਮਾਤਮਾ ਹਰ ਇੱਕ ਥਾਂ ਤੇ ਵਸਣ ਵਾਲਾ ਜਿਹੜਾ ਹੈ, ਉਸ ਨੂੰ ਫਿਰ ਉਹਦੀ ਜੋਤ ਨੂੰ ਪਛਾਣ ਲੈਂਦਾ ਹੈ। ਖਾਵੇ ਦੁਖ ਭੂਖ ਸਾਚੇ ਕੀ, ਭੂਖ ਸਾਚੇ ਕੀ। ਜਦੋਂ ਇਹਦੇ ਅੰਦਰ ਸੱਚੇ ਪ੍ਰਭੂ ਦੀ ਤਾਂਘ ਪੈਦਾ ਹੋ ਜਾਂਦੀ ਹੈ, ਭੁੱਖ ਲੱਗ ਜਾਂਦੀ ਇਹਨੂੰ, ਸੱਚੇ ਪ੍ਰਭੂ ਦੀ ਮਿਲਾਪ ਦੀ ਤਾਂਘ ਪੈਦਾ ਹੁੰਦੀ ਹੈ, ਫਿਰ ਖਾਵੇ ਦੁਖ, ਇਹ ਸਾਰੇ ਦੁੱਖਾਂ ਨੂੰ ਖਾ ਲੈਂਦੇ, ਭਾਵ ਦੁੱਖ ਮਿਟਾ ਲੈਂਦਾ ਹੈ। ਸਾਚੇ ਹੀ ਤ੍ਰਿਪਤਾਸ ਰਹੇ, ਤੇ ਸੱਚੇ ਪ੍ਰਭੂ ਦੇ ਵਿੱਚ ਟਿਕਿਆ ਹੋਇਆ ਇਹ ਤ੍ਰਿਪਤ ਰਹਿੰਦਾ ਹੈ। ਇਹਦੇ ਉੱਤੇ ਕੋਈ ਤ੍ਰਿਸ਼ਨਾ ਜਿਹੜੀ ਹੈ ਉਹ ਆਪਣਾ ਪ੍ਰਭਾਵ ਨਹੀਂ ਪਾ ਸਕਦੀ ਉਸ ਵੇਲੇ, ਕਿਉਂਕਿ ਤ੍ਰਿਪਤੀ ਆ ਚੁੱਕੀ ਹੈ। ਸਾਚੇ ਹੀ ਤ੍ਰਿਪਤਾਸ ਰਹੇ, ਅਨਹਦ ਬਾਣੀ ਗੁਰਮੁਖ ਜਾਣੀ। ਜਿਹੜੀ ਜੀਵਾਂ ਦੇ ਅੰਦਰ ਪਰਮਾਤਮਾ ਦੀ ਇੱਕ ਰਸ, ਜਿਹੜੀ ਜੀਵਨ ਰੌਂ ਚੱਲ ਰਹੀ ਹੈ, ਉਹ ਜਿਹੜੀ ਰੌਂ ਹੈ ਉਸ ਨੂੰ ਗੁਰਮੁਖ ਜਾਣਦਾ ਹੈ, ਪਛਾਣਦਾ ਹੈ। ਜਿਹਨੇ ਗੁਰੂ ਦੇ ਸ਼ਬਦ ਅਨੁਸਾਰ ਕਮਾਈ ਕੀਤੀ, ਜਿਹਨੇ ਗੁਰੂ ਦੇ ਰਸਤੇ ਤੇ ਤੁਰਨਾ ਕੀਤਾ, ਜਿਹੜਾ ਗੁਰੂ ਦੇ ਹੁਕਮ ਵਿੱਚ ਚੱਲਦਾ ਹੈ, ਉਹ ਫਿਰ ਉਸ ਨੂੰ ਪਛਾਣਦਾ ਹੈ। ਬਿਰਲੋ ਕੋ ਅਰਥਾਵੇ, ਇਸ ਰਾਜ ਨੂੰ ਕੋਈ ਵਿਰਲਾ ਹੀ ਸਮਝਦਾ ਹੈ। ਤੇ ਅੱਗੇ ਆਖਦੇ ਨਾਨਕ ਆਖੈ ਸੱਚ ਸੁਭਾਖੈ। ਨਾਨਕ ਆਖਦਾ ਹੈ ਜਿਹੜੇ ਮਨੁੱਖ ਸੱਚੇ ਪਰਮਾਤਮਾ ਨੂੰ ਉਚਾਰਦੇ ਰਹਿੰਦੇ ਨੇ, ਪਰਮਾਤਮਾ ਨੂੰ ਸਿਮਰਦੇ ਰਹਿੰਦੇ ਨੇ, ਉਹਨਾਂ ਦੀ ਗੱਲ ਕੀਤੀ। ਐਸਾ ਮਨੁੱਖ ਜਿਹੜਾ ਪ੍ਰਭੂ ਨੂੰ ਸਿਮਰਦਾ ਰਹਿੰਦਾ ਹੈ ਹਰ ਸਮੇਂ,
ਸਾਥ ਸਾਥ ਸਿਮਰੋ ਗੋਬਿੰਦ ਵਾਲੀ ਅਵਸਥਾ ਦਾ ਧਾਰਨੀ ਹੋ ਜਾਂਦਾ ਹੈ। ਸੱਚ ਰਪੈ ਉਹ ਫਿਰ ਪ੍ਰਭੂ ਦੇ ਨਾਮ ਰੰਗ ਦੇ ਵਿੱਚ ਰੰਗਿਆ ਰਹਿੰਦਾ ਹੈ। ਤੇ ਇਹ ਜਿਹੜਾ ਰੰਗ ਹੈ, ਰੰਗ ਕਬਹੂ ਨਾ ਜਾਵੇ। ਇਹ ਉਹਦਾ ਰੰਗ ਕਦੇ ਵੀ ਦੂਰ ਨਹੀਂ ਹੁੰਦਾ। ਜਿਹੜਾ ਆਤਮਿਕ ਤੌਰ ਤੇ ਰੰਗਿਆ ਜਾਂਦਾ ਏ, ਇਹ ਨਾਮ ਰੰਗ ਕਦੇ ਜੀਵਨ ਵਿੱਚੋਂ ਲਹਿੰਦਾ ਨਹੀਂ। ਜਿੱਥੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਦਿੱਲੀ ਦੇ ਵਿੱਚ ਸ਼ਹਾਦਤ ਦਿੱਤੀ, ਉਹਨਾਂ ਦੀ ਸ਼ਹਾਦਤ ਤੋਂ ਪਹਿਲਾਂ ਜਾਨ ਤੋਂ ਪਿਆਰੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਇਤਿਹਾਸ ਗਵਾਹ ਹੈ ਕਿ ਆਰੇ ਦੇ ਨਾਲ 2 ਫਾੜ ਕਰ ਦਿੱਤਾ ਸਰੀਰ ਭਾਈ ਮਤੀ ਦਾਸ ਦਾ, ਪਰ ਨਾਮ ਦਾ ਰੰਗ ਨਹੀਂ ਲਾ ਸਕੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਸਤੀ ਦਾਸ ਨੂੰ ਰੂਹ ਬੰਨ੍ਹ ਦਿੱਤਾ ਗਿਆ ਤੇ ਅੱਗ ਲਾ ਦਿੱਤੀ ਗਈ ਜਿਉਂਦੇ ਜੀ। ਅੱਗ ਤੇ ਵੈਸੇ ਵੀ ਲਾ ਸਕਦੇ ਸਨ, ਕਈ ਪ੍ਰਕਾਰ ਦੇ ਤੇਲ ਪਾ ਕੇ ਲਾ ਸਕਦੇ ਸਨ, ਰੂਹ ਬੰਨ੍ਹ ਕੇ ਕਿਉਂ ਲਾਈ? ਇਸ ਵਾਸਤੇ ਕਿ ਜਿਹੜੀ ਰੂਹ ਦੀ ਹੌਲੀ ਹੌਲੀ ਅੱਗ ਸਰੀਰ ਨੂੰ ਲੱਗਦੀ ਹੈ, ਉਹ ਦੁੱਖ ਬੜਾ ਦਿੰਦੀ ਹੈ। ਹੋ ਸਕਦਾ ਦੁਖੀ ਹੋ ਕੇ ਸਤੀ ਦਾਸ ਮੰਨ ਲੈਣ ਕਿ ਮੈਂ ਇਸਲਾਮ ਧਾਰਨ ਕਰਦਾ ਹਾਂ, ਪਰ ਜਿੰਨਾ ਵੀ ਦੁੱਖ ਸੀ ਆਪਣੇ ਸਰੀਰ ਤੇ ਹੰਢਾ ਲਿਆ। ਉਹਨਾਂ ਦੀ ਲਗਾਈ ਹੋਈ ਅੱਗ ਜਿਹੜੀ ਸਰੀਰ ਨੂੰ ਉਹਨਾਂ ਨੇ ਅੱਗ ਲਾਈ, ਉਹ ਵੀ ਭਾਈ ਮਤੀ ਦਾਸ ਨੂੰ ਡੁਲਾ ਨਹੀਂ ਸਕੀ, ਨਾਮ ਦਾ ਰੰਗ ਨਹੀਂ ਲਾ ਸਕੀ, ਗੁਰੂ ਤੋਂ ਬੇਮੁਖ ਨਹੀਂ ਕਰ ਸਕੀ। ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਬਿਠਾ ਦਿੱਤਾ, ਸਰੀਰ ਦੇ ਉੱਤੇ ਛਾਲੇ ਛਾਲੇ ਹੋ ਗਏ। ਜਿੱਦਾਂ ਮਾਤਾਵਾਂ ਘਰ ਦੇ ਵਿੱਚ ਸਬਜ਼ੀ ਭਾਜੀ ਬਣਾਉਂਦੀਆਂ ਤੇ ਆਲੂ ਉਬਾਲੇ ਜਾਂਦੇ ਨੇ, ਗੁਰੂ ਕੇ ਲੰਗਰਾਂ ਵਿੱਚ ਵੀ ਜਦੋਂ ਸਬਜ਼ੀ ਬਣਾਈ ਜਾਂਦੀ ਤੇ ਆਲੂ ਉਬਾਲੇ ਜਾਂਦੇ ਨੇ, ਇਸ ਤਰੀਕੇ ਦੇ ਨਾਲ ਉਬਾਲ ਦਿੱਤਾ, ਪਰ ਅੰਦਰੋਂ ਨਾਮ ਦਾ ਰੰਗ ਨਹੀਂ ਲਾ ਸਕੇ। ਇੱਕ ਵਾਰੀ ਜਦੋਂ ਨਾਮ ਦਾ ਰੰਗ ਆ ਜਾਂਦਾ ਨਾ, ਇਹ ਫਿਰ ਨਾਲ ਨਿਭਦਾ ਜੇ। ਇਸ ਵਾਸਤੇ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ। ਇਹ ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਰ ਸਤਿਗੁਰ ਪ੍ਰਸਾਦ ਆਨੰਦ ਬਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।